ਜੋੜੀਆਂ ਜੱਗ ਥੋੜੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ। ਮੈਂ ਹਾਂ ਪਰਮਵੀਰ ਤੇ ਮੈਂ ਹਾਂ ਸ਼ੁਕਰਗੁਜ਼ਾਰ। ਤੇ ਜੋ ਅੱਜ ਇਸ ਵਿਹੜੇ ਵਿੱਚ ਸਾਡੇ ਇਸ ਪ੍ਰੋਗਰਾਮ ਵਿੱਚ ਜੋੜੀਆਂ ਜੱਗ ਥੋੜੀਆਂ ਵਿੱਚ ਜੋ ਇੱਕ ਖੂਬਸੂਰਤ ਜੋੜੀ ਪਹੁੰਚ ਚੁੱਕੀ ਹੈ, ਉਹ ਇੱਕ ਐਸੀ ਜੋੜੀ ਹੈ ਜਿਸ ਨੇ ਸਾਨੂੰ ਉਹਨਾਂ ਦੇ ਧਰਮ ਪਤਨੀ ਤੇ ਆ ਚੁੱਕੇ ਸਨ, ਲੇਕਿਨ ਜੋ ਸਾਡੇ ਸਰ ਸੀ ਉਹਨਾਂ ਨੇ ਇੱਕ ਐਸਾ ਇੰਤਜ਼ਾਰ ਕਰਾਇਆ। ਫਿਲਹਾਲ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਤੇ ਦੂਰਦਰਸ਼ਨ ਦਾ ਇਹ ਵਿਹੜਾ ਵੀ ਇੱਕ ਫਖਰ ਮਹਿਸੂਸ ਕਰ ਰਿਹਾ ਹੈ, ਕਿਉਂਕਿ ਇੱਕ ਐਸੀ ਜੋੜੀ ਸਾਡੇ ਵਿੱਚ ਪਹੁੰਚ ਚੁੱਕੀ ਹੈ ਜੋ ਕਿ ਹੁਸ਼ਿਆਰਪੁਰ ਤੋਂ MP ਨੇ ਸ਼੍ਰੀ ਵਿਜੇ ਸਾਂਪਲਾ ਜੀ ਅਤੇ ਉਹਨਾਂ ਦੇ ਨਾਲ ਨੇ ਉਹਨਾਂ ਦੇ ਧਰਮ ਪਤਨੀ ਸ਼੍ਰੀਮਤੀ ਸੁਦੇਸ਼ ਜੀ। ਬਹੁਤ ਬਹੁਤ ਸਵਾਗਤ ਕਰਦੇ ਹਾਂ ਜੋੜੀਆਂ ਜੱਗ ਥੋੜੀਆਂ ਦੇ ਵਿੱਚ। ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ। ਬਿਲਕੁਲ ਬਿਲਕੁਲ। ਤੇ ਦਰਸ਼ਕਾਂ ਨੂੰ ਵੀ ਬੜਾ ਇੰਤਜ਼ਾਰ ਸੀ। ਦਰਸ਼ਕਾਂ ਦੇ ਬਾਰ-ਬਾਰ ਫੋਨਸ ਆ ਰਹੇ ਨੇ ਕਿ ਸਾਡੀ ਅੱਜ ਜੋੜੀ ਕਿੱਥੇ ਹੈ। ਤੇ ਪਹਿਲਾ ਸਵਾਲ ਮੈਂ ਮੈਮ ਨੂੰ ਹੀ ਕਰੂੰਗੀ ਕਿ ਸਾਂਪਲਾ ਜੀ ਤੁਹਾਨੂੰ ਘਰ ਵੀ ਇਦਾਂ ਹੀ ਇੰਤਜ਼ਾਰ ਕਰਵਾਉਂਦੇ ਨੇ? ਹਾਂਜੀ, ਅਕਸਰ ਇਦਾਂ ਹੀ ਹੁੰਦੀ ਸਾਡੇ ਨਾਲ। ਹਾਂਜੀ, ਕਿਉਂਕਿ ਇਹਨਾਂ ਦੀ ਮੈਂ ਜਿੱਦਾਂ ਕਹਿੰਦੇ ਹੁੰਦੇ ਆ ਲਾਈਫ ਬਹੁਤ ਬਿਜੀ ਆ ਨਾ ਜੀ, ਇਸ ਕਰਕੇ ਸਵੇਰੇ 4-5 ਵਜੇ ਤੋਂ ਉੱਠ ਜਾਂਦੇ ਆ। ਸਾਰੀ ਰਾਤ ਇਹਨਾਂ ਦੇ ਫੋਨ ਅਕਸਰ ਚੱਲਦੇ ਹੀ ਰਹਿੰਦੇ ਆ। ਸਵੇਰੇ 5 ਵਜੇ ਜਿੱਦਾਂ ਉੱਠ ਜਾਂਦੇ, ਸੁੱਤੇ ਪਏ ਉਹਨੇ ਜਦੋਂ ਲੋਕੀ ਬਾਹਰ ਮਿਲਣ ਵਾਲੇ ਜੀ ਆ ਜਾਂਦੇ ਆ। ਤੇ ਫਿਰ ਰਾਤ ਨੂੰ ਕਿਸ ਵੇਲੇ ਪਹੁੰਚਦੇ ਨੇ? ਰਾਤ ਨੂੰ 1-1:30 ਵੱਜ ਜਾਂਦਾ। ਤੇ ਫਿਰ ਤੁਸੀਂ ਸਾਨੂੰ ਦੱਸਿਆ ਕਿ ਤੁਸੀਂ ਇਹਨਾਂ ਦੇ ਆਉਣ ਤੋਂ ਬਾਅਦ ਹੀ ਜਿਹੜਾ ਖਾਣਾ ਖਾਂਦੇ ਹੋ। ਹਾਂਜੀ, ਕੀ ਬਾਤ ਹੈ। ਤੇ ਫਿਰ ਸ਼ੁਕਰਗੁਜ਼ਾਰ ਆਪਾਂ ਗੱਲਾਂ ਬਾਤਾਂ ਸ਼ੁਰੂ ਕਰੀਏ। ਜੋੜੀ ਪਹੁੰਚ ਗਈ ਨੇ, ਪਹੁੰਚ ਗਈ ਸਾਡੇ ਕੋਲ ਤੇ ਸਾਡੇ ਜਿਹੜੇ ਦਰਸ਼ਕ ਆ ਉਹ ਵੀ ਜਾਣਨਾ ਚਾਹੁੰਦੇ ਆ ਕਿ ਇਹ ਜੋੜੀ ਕਿਵੇਂ ਬਣੀ। ਜੀ ਬਿਲਕੁਲ, ਅਸੀਂ ਸਭ ਤੋਂ ਪਹਿਲਾਂ ਇਹੀ ਸਵਾਲ ਕਰਾਂਗੇ ਕਿ ਇਹ ਖੂਬਸੂਰਤ ਜੋੜੀ ਦਾ ਮੇਲ ਕਿਵੇਂ ਹੋਇਆ? ਇਹ ਤਾਂ ਕਹਿ ਸਕਦੇ ਜੋ ਪੁਰਾਣਾ ਸਾਡਾ ਜਿਹੜਾ ਵਿਰਸਾ ਆ ਉਸੇ ਦੇ ਦੌਰਾਨ ਹੀ ਹੈ ਜੀ, ਕਿਉਂਕਿ ਅਸੀਂ ਤਾਂ ਕੋਈ ਜ਼ਿਆਦਾ ਨਾ ਤਾਂ ਪੜ੍ਹੇ ਲਿਖੇ ਸੀਗੇ ਤੇ ਨਾ ਹੀ ਜ਼ਿਆਦਾ ਅਮੀਰ ਸੀ। ਤੇ ਸਾਊਦੀ ਅਰਬ ਦੇ ਵਿੱਚ ਮੈਂ ਤੇ 11 ਸਾਲ ਗੁਜ਼ਾਰੇ ਆ। ਅੱਛਾ ਜੀ। ਔਰ ਵਿੱਚ ਮੈਂ ਜਦੋਂ ਮਜ਼ਦੂਰੀ ਕਰਦੇ ਸੀਗੇ ਉੱਥੇ, ਤਾਂ ਮਜ਼ਦੂਰੀ ਕਰਦੇ ਛੁੱਟੀ ਆਏ ਤੇ ਫਟਾਫਟ, ਕਿਉਂਕਿ ਵਿਆਹ ਵੀ ਲੇਟ ਕੀਤਾ ਕਿਉਂਕਿ ਮਾਂ ਜਿਹੜੇ ਪਿਤਾ ਜੀ ਸਿਰ 'ਤੇ ਨਹੀਂ ਸੀ, ਤੇ ਇਸ ਕਰਕੇ ਸੀ ਵੀ ਜਦੋਂ ਅਸੀਂ ਕੁਛ ਬਣਾਂਗੇ ਤਾਂ ਵਿਆਹ ਫੇਰ ਹੀ ਕਰਾਂਗੇ। ਔਰ ਜਦੋਂ ਸਾਰਾ ਕੁਛ ਹੋ ਗਿਆ ਫਿਰ ਘਰਦਿਆਂ ਨੂੰ ਕਿਹਾ ਜੀ। ਔਰ ਜੋ ਬਾਕੀ ਰਿਸ਼ਤੇਦਾਰੀਆਂ ਦੇ ਵਿੱਚ ਹੁੰਦਾ ਕਿ ਉਸੇ ਤਰ੍ਹਾਂ ਬਾਕੀ ਸਾਡਾ ਵੀ ਹੋਇਆ ਕਿ ਸਾਡੀ ਭੂਆ, ਮੇਰੀ ਭੂਆ ਔਰ ਇਹਨਾਂ ਦੀ ਸਿਸਟਰ ਜਿਹੜੀ ਇੱਕੋ ਜਗ੍ਹਾ ਇੱਕੋ ਹੀ ਘਰ 'ਚ ਹੈਗੇ ਆ। ਅੱਛਾ ਜੀ। ਤੇ ਉਹਨਾਂ ਨੇ ਵਿਚੋਲਿਆਂ ਦੇ ਤੌਰ ਤੇ ਉਹਨਾਂ ਨੇ ਆਪਣਾ ਰੋਲ ਅਦਾ ਕੀਤਾ। ਬਸ ਇਤਫਾਕ ਹੋਇਆ ਤੇ ਜੀ, ਕਿਉਂਕਿ ਉਸ ਵੇਲੇ ਅਸੀਂ ਆਏ ਸੀ, ਫਟਾਫਟ ਦੇਖਿਆ, ਨਾਲ ਹੀ ਹਫਤੇ 2 ਹਫਤੇ 'ਚ ਵਿਆਹ ਹੋ ਗਿਆ। ਜਲਦੀ ਮੈਰਿਜ। ਔਰ ਕਿਉਂਕਿ ਔਰ ਅੱਜ 27 ਸਾਲ ਸ਼ੁਰੂ ਆ ਜਾਨੀ। ਔਰ ਅਸੀਂ ਇਹ ਕਹਿ ਸਕਦੇ ਹਾਂ ਕਿ ਬਈ ਅਸੀਂ ਅੱਜ ਤੱਕ ਮਜ਼ਾਕ 'ਚ ਵੀ ਨਹੀਂ ਲੜੇ। ਇੱਕ ਵਾਰੀ ਕਈ ਤਾਂ ਹੁੰਦਾ ਨਾ ਕਿ ਬਈ ਕੋਈ ਮਜ਼ਾਕ ਦੇ ਵਿੱਚ ਕਿਸੇ ਨੂੰ ਹੋ ਸਕਦਾ ਕਈ ਵਾਰੀ ਇੱਦਾਂ ਹੀ ਵੀ ਮਾਰਿਆ ਹੋਵੇ, ਮੇਰੀ ਤਾਂ ਇੰਨੀ ਵੀ ਜ਼ਰੂਰਤ ਨਹੀਂ ਪਈ, ਅਸੀਂ ਮਜ਼ਾਕ 'ਚ ਵੀ ਕਦੀ ਨਹੀਂ ਲੜੇ। ਔਰ ਪਰਮਾਤਮਾ ਦਾ ਇਹ ਮੈਂ ਕਹਿ ਸਕਦਾ ਕਿ ਬਹੁਤ ਵੱਡੀ ਸਾਡੇ ਤੇ ਕਿਰਪਾ ਆ ਜੀ ਕਿ ਅੱਜ ਤੱਕ ਸਾਨੂੰ ਕਿਸੇ ਪਾਸਿਓਂ ਕਮੀ ਨਹੀਂ ਆਈ। ਜੀ ਜੀ। ਘਰੋਂ ਵੀ, ਕਿਉਂਕਿ ਪਿਤਾ ਜੀ ਦੀ ਚਲੋ ਦੇਹਾਂਤ ਸਾਡੇ ਮੰਨ ਲਓ ਜਦੋਂ ਮੈਂ ਪੜ੍ਹਦਾ ਸੀ ਉਦੋਂ ਹੋ ਗਿਆ ਸੀ, ਪਰ ਮਾਤਾ ਜੀ ਔਰ ਵੱਡੇ ਭਰਾ ਜੀ ਨੇ ਪਿਤਾ ਦਾ ਵੀ ਰੋਲ ਕੀਤਾ। ਜੀ। ਔਰ ਜੇ ਕਿਸੇ ਨੇ ਭਗਵਾਨ ਨੂੰ ਲਾਗੇ ਉਹ ਦੇਖਿਆ ਹੋਵੇ ਜੀ ਜੀ, ਤਾਂ ਉਹ ਮੇਰਾ ਵੱਡਾ ਭਰਾ ਹੈ। ਬਹੁਤ ਖੂਬ, ਬਹੁਤ ਅੱਛੇ। ਤੇ ਅੱਜ ਉਹਨਾਂ ਦੀ ਬਦੌਲਤ ਹੀ ਇਸ ਮੁਕਾਮ ਤੇ ਪਹੁੰਚੇ ਆ। ਜੀ। ਔਰ ਮੇਰੀ ਵੀ ਜੋ ਡਿਊਟੀ ਬਣਦੀ ਉਹਨਾਂ ਦੇ ਪ੍ਰਤੀ ਉਨੀ ਮੈਂ ਕਰ ਸਕਦਾ ਜਿੰਨੀ ਕਰਨ ਦਾ। ਜੀ। ਅਲਬੱਤਾ ਇਹ ਆ ਕਿ ਵੀ ਪਰਮਾਤਮਾ ਨੇ ਬੱਚੇ ਵੀ 2 ਦਿੱਤੇ, ਇੱਕ ਬੇਟਾ ਇੱਕ ਬੇਟੀ। ਜੀ। ਔਰ ਦੋਨੇ ਹੀ ਠੀਕ ਠਾਕ ਨੇ। ਬੇਟਾ ਮੇਰਾ ਹੁਣ ਲਾ ਗ੍ਰੈਜੂਏਟ ਹੈ, ਜੀ ਜੀ, ਵਕੀਲ ਬਣ ਚੁੱਕਾ ਹੈ। ਜੀ। ਔਰ ਬੇਟੀ ਹਲੇ ਜਿਹੜੀ ਹੈ ਉਹ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਕਰ ਰਹੀ, ਫਾਈਨਲ ਈਅਰ 'ਚ ਹੈ। ਜੀ। ਔਰ ਇੱਥੇ ਤੱਕ ਕਹਿ ਸਕਦੇ ਕਿ 27 ਸਾਲ ਹੋ ਗਏ ਸਾਡੇ ਵਿਆਹ ਨੂੰ। ਜੀ। ਅਸੀਂ 27 ਸਾਲ ਤੋਂ ਡਿਨਰ ਇਕੱਠੇ ਕਰਦੇ ਆ ਰਹੇ। ਜੀ ਵਾਹ ਜੀ ਵਾਹ। ਔਰ ਇਹ ਤਾਂ ਕਿਉਂਕਿ ਚੁਣਾਵ ਦੇ ਦਿਨਾਂ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਹਰ ਚੀਜ਼ ਜਗ ਜ਼ਾਹਰ ਹੋ ਜਾਂਦੀ ਹੈ। ਜੀ। ਤੇ ਲੋਕਾਂ ਨੇ ਅਖਬਾਰਾਂ 'ਚ ਵੀ ਬੜਾ ਆਇਆ ਕਿ ਵੀ ਵਿਜੇ ਸਾਂਪਲਾ ਹੁਣੀ ਜਿਹੜੇ ਆ ਉਹ ਜਿਹੜਾ ਰਾਤ ਨੂੰ ਭਾਵੇਂ 1:30-2 ਵੱਜ ਜਾਣ ਰੋਟੀ ਘਰ ਹੀ ਖਾਣੀ ਹੈ। ਤੇ ਇਹਦਾ ਮਤਲਬ ਕਿ ਬਾਹਰ ਤਾਂ ਸਟੇ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜੀ ਜੀ ਜੀ। ਸੋ ਇਹ ਇੱਕ ਵਿਸ਼ਵਾਸ ਦੀ ਗੱਲ। ਅਸੀਂ ਸਿਰਫ ਸੁਣਿਆ, ਸਾਰਿਆਂ ਨੇ ਸੁਣਿਆ ਹੋਣਾ ਕਿ ਜਿਹੜੇ ਰਿਸ਼ਤੇ ਆ ਕੱਚੇ ਧਾਗੇ ਦੇ ਜਿਹੜੇ ਵਿੱਚ ਬੰਦੇ ਹੁੰਦੇ, ਮਜ਼ਬੂਤ ਰਿਸ਼ਤੇ ਆ ਜੀ, ਉਹ ਕੱਲੀਆਂ ਗੱਲਾਂ ਨਹੀਂ, ਇਹ ਹਕੀਕਤ 'ਚ ਕਿਤੇ ਦੇਖਣੇ ਤਾਂ ਉਹ ਅਸੀਂ
ਐਗਜ਼ਾਮਪਲ ਦੇ ਤੌਰ ਤੇ ਬੈਠੇ ਆ। ਬਹੁਤ ਅੱਛੇ ਸਾਨੂੰ ਵੀ ਬਹੁਤ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਦਿਆਂ ਹੋਇਆਂ। ਜੇ ਆਪਾਂ ਉਹੀ ਸਮੇਂ 'ਚ ਦੁਬਾਰਾ ਜਾਈਏ ਤੇ ਆਪਾਂ ਮੈਮ ਨੂੰ ਪੁੱਛਾਂਗੇ ਕਿ ਤੁਹਾਨੂੰ ਤਾਰੀਖ ਯਾਦ ਹੈ ਜਿਸ ਦਿਨ ਇਹ ਜੋੜੀ ਬਣੀ ਸੀ? ਹਾਂਜੀ 24 ਜਨਵਰੀ 1988 ਜੀ। ਅੱਛਾ ਜੀ, ਕੀ ਬਾਤ ਹੈ। ਤੇ ਉਸ ਸਮੇਂ ਕਿੰਨੀ ਕੁ ਉਮਰ ਸੀ ਤੁਹਾਡੀ ਤੇ ਸਰ ਦੀ? 24 ਸਾਲ ਸੀ ਮੇਰੀ। ਅੱਛਾ, 24 ਹੀ ਤਰੀਕ ਸੀ ਤੇ 24 ਹੀ ਉਮਰ ਸੀ। 24 ਤਰੀਕ ਸਾਡੇ ਲਈ ਬਹੁਤ ਲੱਕੀ ਆ। ਬਹੁਤ ਅੱਛੇ। ਬੇਟੇ ਦਾ ਜਨਮ ਵੀ 24 ਅਕਤੂਬਰ ਦਾ ਆ। ਹਾਂਜੀ 24 ਤਰੀਕ ਸਾਡੇ ਵਿੱਚ ਬਹੁਤ ਸਾਰੀਆਂ। ਮੈਂ ਸਾਊਦੀ ਅਰਬੋਂ ਗਿਆ ਸੀ ਪਹਿਲਾਂ, 24 ਤਰੀਕ ਨੂੰ ਗਿਆ ਸੀ, ਵਾਪਸ ਆਇਆ ਤੇ 24 ਨੂੰ ਹੀ ਆਇਆ। ਅਮਰੀਕਾ ਗਿਆ ਮੈਂ ਕਿਤੇ ਵੀ ਬਹੁਤ ਸਾਰੇ, ਇਸ ਕਰਕੇ ਮੈਂ ਗੱਡੀ ਦਾ ਨੰਬਰ ਵੀ 24 ਲਿਆ। ਕੀ ਬਾਤ ਹੈ। ਤੇ ਘੁੰਮਣ ਦੀ ਗੱਲ ਕੀਤੀ ਤੁਸੀਂ, ਬਾਹਰ ਵੀ ਆਪਣੀ ਨੌਕਰੀ ਕੀਤੀ, ਬਾਅਦ ਵਿੱਚ ਇੱਥੇ ਤੁਹਾਡਾ ਮੇਲ ਹੋਇਆ ਮੈਡਮ ਨਾਲ, ਤੁਹਾਡੀ ਜੋੜੀ ਬਣੀ ਤੇ ਇਕੱਠੇ ਵੀ ਕਦੀ ਘੁੰਮਣ ਗਏ ਬਾਹਰ ਫੋਰਨ ਕੰਟਰੀਆਂ 'ਚ ਜੀ? ਹਾਂਜੀ ਕਿਉਂਕਿ ਹੁਣ ਜਦੋਂ ਪਹਿਲਾਂ ਤਾਂ ਮਜ਼ਦੂਰੀ ਕਰਦੇ ਸੀ, ਅੱਜ ਰੱਬ ਦੀ ਕਿਰਪਾ ਹੈ ਕਿ ਹਰ ਪੱਖੋਂ ਵਪਾਰਿਕ ਦ੍ਰਿਸ਼ਟੀ ਨਾਲ ਵੀ ਸਾਡਾ ਠੀਕ ਹੈ, ਰਾਜਨੀਤਿਕ ਪੱਖੋਂ ਵੀ ਇੱਕ ਅੱਛਾ ਹੈ। ਮੈਂ ਪੰਜਾਬ ਦੇ ਵਿੱਚ ਚੇਅਰਮੈਨ ਵੀ ਰਹਿ ਚੁੱਕਾ ਖਾਦੀ ਬੋਰਡ ਦਾ ਔਰ ਜੰਗਲਾਤ ਦਾ ਵੀ, ਔਰ ਅੱਜ ਤੁਹਾਡੇ ਸਾਹਮਣੇ MP ਬਣ ਕੇ ਬੈਠਾ। ਔਰ ਜਦੋਂ ਸਾਰਾ ਕੁਝ ਹੋਇਆ ਤਾਂ ਪੈਸੇ ਵੀ ਹੁੰਦੇ, ਫਿਰ ਅਸੀਂ ਮੇਰਾ ਹਾਲ ਪੂਰਾ ਯੂਰਪ ਘੁੰਮੇ ਆਏ ਸਾਰੇ ਵਿਦ ਬੱਚਿਆਂ ਦੇ ਨਾਲ, ਮੈਡਮ ਦੇ ਨਾਲ, ਇੰਗਲੈਂਡ, ਜਰਮਨੀ, ਫਿਨਲੈਂਡ, ਡੈਨਮਾਰਕ, ਸਵੀਡਨ, ਨਾਰਵੇ ਜੀ, ਸਾਰੇ। ਜਦੋਂ ਡੈਨਮਾਰਕ ਮੈਡਮ ਦੇ ਨਾਲ ਗਏ ਤੇ ਇੱਕ ਸਮਾਂ ਵੀ ਇੱਕ ਕੁਰਸੀ ਤੇ ਬੈਠੇ ਸੀ ਤੁਸੀਂ, ਡੈਨਮਾਰਕ ਗਏ ਮੈਡਮ ਨੂੰ ਲੈ ਕੇ, ਇੱਕ ਉਹ ਸਮਾਂ ਸੀ ਜਦੋਂ ਤੁਸੀਂ ਜਾ ਕੇ ਉੱਥੇ ਮਿਹਨਤ ਮਜ਼ਦੂਰੀ ਕੀਤੀ, ਇਕੱਠੇ ਗਏ ਜਾਂ ਬੱਚਿਆਂ ਦੇ ਨਾਲ ਗਏ? ਕੋਈ ਪੁਰਾਣਾ ਸਮਾਂ ਉੱਥੇ ਚੇਤੇ ਆਇਆ? ਪੁਰਾਣਾ ਸਮਾਂ ਤਾਂ ਮੈਨੂੰ ਅੱਜ ਵੀ ਯਾਦ ਆਉਂਦਾ ਜੀ ਕਿ ਜਦੋਂ ਮਜ਼ਦੂਰੀ ਕਰਦੇ ਸੀ। ਅੱਜ ਵੀ ਜਦੋਂ ਅੱਜ MP ਬਣ ਗਏ ਆ ਜੀ ਤੇ ਬੜਾ, ਜੇ ਅਸੀਂ 25-30 ਸਾਲ ਪਹਿਲਾਂ ਪਿੱਛੇ ਪਿਛੋਕੜ ਦੇਖੀਏ ਜੀ ਤੇ ਸਾਊਦੀ ਅਰਬ 'ਚ ਲੇਬਰ ਕਰਦੇ ਸੀ ਜੀ। ਮੈਂ 90 'ਚ ਆਇਆ ਵਾਪਸ, 79 'ਚ ਗਿਆ ਸੀ ਤਾਂ 90 'ਚ ਵਾਪਸ ਆਇਆ ਜੀ। ਤੇ 90 ਕੋਈ ਜ਼ਿਆਦਾ ਦੂਰ ਦਾ ਸਮਾਂ ਨਹੀਂ ਹੈ ਜੀ। ਇਸ ਕਰਕੇ ਕਈ ਵਾਰੀ ਹੁਣ ਵੀ ਸੋਚਦੇ ਹਾਂ ਕਿ ਜਦੋਂ ਕਦੀ ਅਸੀਂ ਸੋਚਿਆ ਵੀ ਨਹੀਂ ਸੀ ਕਿ ਇੱਕ ਬੇਲਚਾ ਚਲਾਉਂਦਾ ਚਲਾਉਂਦਾ ਮੈਂ ਇਸ ਮੁਕਾਮ ਤੇ ਪਹੁੰਚ ਜਾਵਾਂਗਾ। ਔਰ ਅੱਜ ਜਦੋਂ ਤੁਸੀਂ ਫਿਰ ਇੱਕ ਗੱਲ ਸਾਹਮਣੇ ਆਈ ਦੇਖਣ ਵਾਲੀ ਹੈ ਵੀ 90 ਦੇ ਵਿੱਚ ਤੁਸੀਂ ਵਾਪਸ ਆਏ, 88 ਦੇ ਵਿੱਚ ਵਿਆਹ ਹੋਇਆ। ਇਹਦਾ ਮਤਲਬ ਕਿ ਉਦੋਂ ਤੁਸੀਂ ਬਾਹਰ ਹੀ ਸੀ ਜਦੋਂ ਛੁੱਟੀ ਆਇਆ ਸੀ ਨਾ, ਮੈਂ ਦੱਸਿਆ ਨਾ ਛੁੱਟੀ ਆਇਆ ਸੀ। ਉਦੋਂ ਤਾਂ ਵਿਆਹ ਵੀ ਇਸੇ ਕਰਕੇ ਕਾਲੀ ਕਾਲੀ ਚ ਹੋ ਗਿਆ, ਮੁੰਡੇ ਦੀ ਛੁੱਟੀ ਥੋੜੀ ਤੇ ਅਕਸਰ ਦੇਖਣ ਚ ਆਉਂਦਾ। ਮੈਡਮ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਵੀ ਜਦੋਂ ਵਿਆਹ ਕਰਕੇ ਮੁੰਡਾ ਬਾਹਰ ਚੱਲ ਜਾਂਦਾ ਹੈ ਤੇ ਇੱਕ ਦਿੱਕਤ ਜੀ ਆ ਜਾਂਦੀ ਹੈ ਇੱਕ ਲੇਡੀ ਲਈ, ਇੱਕ ਕੁੜੀ ਲਈ, ਵੀ ਮੈਂ ਪੇਕੇ ਰਵਾਂ, ਮੇਰਾ ਸਾਥੀ ਮੇਰੇ ਕੋਲ ਨਹੀਂ ਹੈ। ਕਈ ਵਾਰੀ ਨਵੀਂ ਫੈਮਿਲੀ 'ਚ ਜਾਣਾ, ਉੱਥੇ ਮਨ ਵੀ ਨਹੀਂ ਲੱਗਦਾ। ਉਦੋਂ ਕੈਸਾ ਫੈਮਿਲੀ ਦੇ ਵਿੱਚ ਮਹਿਸੂਸ ਹੋਇਆ, ਨਵੀਂ ਫੈਮਿਲੀ ਦੇ ਵਿੱਚ? ਵੈਸੇ ਮੈਨੂੰ ਫੈਮਿਲੀ ਤਾਂ ਨਵੀਂ ਲੱਗੀ ਨਹੀਂ, ਕਿਉਂਕਿ ਵੱਡੇ ਭਾਈ ਸਾਹਿਬ, ਵੱਡੇ ਸਾਡੇ ਜਿਹੜੇ ਮੇਰੇ ਜਠਾਣੀ ਜੀ ਸੀਗੇ ਤੇ ਉਹ ਫੈਮਿਲੀ, ਸਾਡਾ ਪਿਆਰ ਹੀ ਇੰਨਾ ਇੱਕ ਦੂਜੇ ਨਾਲ ਸੀ। ਕਿਉਂਕਿ ਜਦੋਂ ਅਸੀਂ ਵਿਆਹ ਹੋਇਆ ਹੈ ਤੇ ਸਾਡੀ ਸਾਰੀ ਫੈਮਿਲੀ, ਅਸੀਂ ਪਹਿਲਾਂ ਤੋਂ ਸਾਡੇ ਪਰਿਵਾਰ ਵਿੱਚ ਅਸੀਂ ਖਾਣਾ ਸਾਰੇ ਇਕੱਠੇ ਬੈਠ ਕੇ ਖਾਂਦੇ ਸੀਗੇ ਤੇ ਉਹ ਸਾਡਾ ਪਿਆਰ ਹੀ ਇੰਨਾ ਇੱਕ ਦੂਜੇ ਨਾਲ ਸੀ। ਤਾਂ ਇਹਨਾਂ ਦੀ ਜਿੱਦਾਂ ਕਹਿੰਦੇ ਹੁੰਦੇ ਕਮੀ ਸਾਨੂੰ ਮਹਿਸੂਸ ਨਹੀਂ ਹੋਈ। ਜਦੋਂ ਫਿਰ ਥੋੜਾ ਉਦਾਸ ਹੁੰਦੇ ਸੀ ਤਾਂ ਚਲੋ ਹਫ਼ਤੇ 10 ਦਿਨ ਲਈ ਪੇਕੀ ਚਲ ਜਾਂਦੀ ਸੀ ਜੀ। ਫਿਰ ਜਦੋਂ ਉਧਰ ਨਹੀਂ ਤਾਂ ਫਿਰ ਚਲੋ ਉਧਰ ਉਹ ਆਪਣੇ ਜੇਠ ਜਠਾਣੀ ਜੀ ਉਹ ਲੈ ਆਉਂਦੇ ਹੁੰਦੇ ਸੀ ਜੀ। ਪੂਰੀ ਐਡਜਸਟਮੈਂਟ ਰਹੀ ਹੈ। ਤੇ ਆਪਾਂ ਸਰ ਨੂੰ ਇਹ ਗੱਲ ਪੁੱਛਾਂਗੇ ਹੁਣ ਕਿ ਜਦੋਂ ਇਹਦੇ ਚ ਇੱਕ ਹੋਰ ਜੋੜਦੇ ਆ ਜੀ ਕਿ ਸਾਊਦੀ ਅਰਬ ਬੈਠੇ ਮੈਂ ਹਰ ਰੋਜ਼ ਇੱਕ ਚਿੱਠੀ ਲਿਖਦਾ। ਮੈਂ ਪੁੱਛਣ ਲੱਗਾ ਸੀ ਫਿਰ ਉਦੋਂ ਰਾਬਤਾ ਕਿਵੇਂ, ਟੈਲੀਫੋਨ ਨਹੀਂ ਸੀ ਕਿ ਮੰਨ ਲਓ ਹਰ ਦੂਸਰੇ ਦਿਨ, ਕਿ ਕਈ ਵਾਰੀ ਜਦੋਂ ਇਹ ਹੁੰਦਾ ਸੀ ਕਿ ਵੀ ਇਹ ਸਹੁਰੇ ਆਏ ਹੁੰਦੇ ਸੀ ਤਾਂ ਅਸੀਂ ਮੰਨ ਲਓ ਆਪਣੇ ਇੱਥੇ ਘਰ ਆਏ ਹੁੰਦੇ ਸੀ ਤਾਂ ਮੈਂ ਚਿੱਠੀਆਂ ਇੱਧਰ ਲਿਖਦਾ ਸੀ ਤੇ ਜਦ ਤੱਕ ਚਿੱਠੀਆਂ ਇੱਥੇ ਪਹੁੰਚਦੇ ਸੀ ਪੇਕੀ ਪਹੁੰਚ ਜਾਂਦੇ ਸੀ। ਇੱਧਰੋਂ ਚਿੱਠੀਆਂ ਫਿਰ ਲੈ ਕੇ ਬੰਦਾ ਡਾਕੀਆ ਰੋਜ਼ ਉੱਧਰ ਚੱਲ ਜਾਂਦਾ ਸੀ। ਫਿਰ ਜਦੋਂ ਇਹ ਇੱਧਰ ਆ ਜਾਂਦੇ ਸੀ ਤਾਂ ਪੇਕੀ ਚਿੱਠੀਆਂ ਜਾਂਦੀਆਂ ਸੀ ਤਾਂ ਫਿਰ ਮੇਰੇ ਸਹੁਰਾ ਸਾਹਿਬ ਜੀ ਰੋਜ਼ ਚਿੱਠੀ ਲੈ ਕੇ ਉੱਧਰ ਵੇਖੇ ਦੇਣ ਜਾਂਦੇ, ਚੱਲ ਵੀ ਤੇਰੀ ਚਿੱਠੀ ਹੈ। ਚਿੱਠੀਆਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿੰਦਾ ਸੀ। ਤੇ ਫਿਰ ਚਿੱਠੀਆਂ ਤੇ ਸੀਗਾ। ਤੇ ਤੁਹਾਡੇ ਵੱਲੋਂ ਕਿੰਨੀਆਂ ਚਿੱਠੀਆਂ ਲਿਖੀਆਂ ਗਈਆਂ? ਉਹ ਜਿੰਨੀਆਂ ਹੀ ਲਿਖਦੇ ਸੀ ਉਹਨਾਂ ਦੇ ਜਵਾਬ ਦਿੰਦੀ ਸੀ। ਵਾਹ ਜੀ ਵਾਹ। ਅਸੀਂ ਜਿੱਦਾਂ ਹਫ਼ਤੇ ਦੀਆਂ 4-4 5-5 ਸਾਡੀਆਂ ਲੈਟਰ ਉਧਰੋਂ ਦੀ ਜਾਂਦੀਆਂ ਸੀ। ਵਾਹ ਵਾਹ। ਪਰ ਹੁਣ ਇੱਕ ਗਾਣਾ ਹੈ ਨਾ, ਕਹਿੰਦੇ ਨੇ ਕਿ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਕੇ ਜਦੋਂ ਦਾ ਟੈਲੀਫੋਨ ਲੱਗਿਆ। ਹੁਣ ਵੀ ਤੁਸੀਂ ਲੱਗਿਆ ਨਹੀਂ ਸੀ ਨਾ, ਹੁਣ ਵੀ ਤੁਸੀਂ ਬਾਹਰ ਰਹਿੰਦੇ ਹੋ ਤੇ ਹੁਣ ਤੇ ਫਿਰ ਟੈਲੀਫੋਨ ਤੇ ਰਾਬਤਾ ਹੁੰਦਾ ਰਹਿੰਦਾ ਹੋਏਗਾ। ਹੁਣ ਤਾਂ ਨਹੀਂ, ਬਾਹਰ ਨਹੀਂ ਰਹਿੰਦੇ ਹੁਣ ਤਾਂ। ਨਹੀਂ ਮਤਲਬ ਕਿ ਤੁਸੀਂ ਕੰਮਾਂ ਕਾਰਾਂ 'ਚ ਘਰੋਂ ਚੱਲ ਜਾਂਦਾ ਹੈ। ਹੁਣ ਤਾਂ ਦਿਹਾੜੀ 'ਚ 2-3 ਵਾਰੀ ਹੋ ਜਾਂਦਾ। ਅੱਛਾ ਜੀ ਜੀ। ਤੇ ਕੀ ਫਿਰ ਸ਼ਡਿਊਲ ਹੈ ਦਿਨ ਦਾ, ਕਿਸ ਤਰ੍ਹਾਂ ਟਾਈਮ ਤੁਸੀਂ ਤਾਂ ਹਮੇਸ਼ਾ ਬਾਹਰ ਰਹਿੰਦੇ ਹੋ ਤੇ ਤੁਸੀਂ ਫਿਰ ਮਗਰੋਂ ਬੋਰ ਨਹੀਂ ਹੁੰਦੇ?
ਬੋਰ ਬਿਜੀ ਬਹੁਤ ਲਾਈਫ ਹੈਗੀ, ਬੋਰ ਹੋਈਦਾ ਨਹੀਂ, ਸਾਰਾ ਦਿਨ ਘਰ ਦੇ ਕੰਮਾਂ 'ਚ ਲੱਗੇ ਰਹੀਦਾ। ਅੱਛਾ ਆਇਆ ਗਿਆ ਘਰ 'ਚ ਜਦ ਬੋਰ ਰਹਿੰਦਾ ਹੈਗਾ, ਇਹਨਾਂ ਨੂੰ ਮਿਲਣ ਵਾਲੇ ਰਹਿੰਦੇ ਆ, ਜੀ। ਆਏ ਇਹ ਚਲੇ ਜਾਂਦੇ ਪਰ ਫੇਰ ਵੀ ਬਾਅਦ ਵਿੱਚ ਕੋਈ ਨਾ ਕੋਈ ਆਇਆ ਗਿਆ ਰਹਿੰਦਾ ਹੈਗਾ। ਮਿਲਣ ਵਾਲਿਆਂ ਦੀ ਗੱਲ ਕੀਤੀ ਹੈ, ਅਕਸਰ ਜਿਹੜੇ ਲੋਕ ਹੁੰਦੇ ਆ ਸਿਫਾਰਿਸ਼ਾਂ ਦੇ ਮਗਰ ਬੜਾ ਘੁੰਮਦੇ ਆ ਕਿ ਵੱਡੇ ਬੰਦੇ ਨੂੰ ਮਿਲਣਾ ਹੈ ਤੇ ਸਿਫਾਰਿਸ਼ ਚਾਹੀਦੀ ਹੈ, ਤੇ ਉਹ ਸਿਫਾਰਿਸ਼ਾਂ ਫਿਰ ਤੁਹਾਡੇ ਕੋਲ ਆ ਕੇ ਕਰਦੇ ਹੋਣਗੇ ਕਿ ਸਰ ਨੂੰ ਮਨਾਓ ਇਸ ਗੱਲ ਲਈ, ਤੇ ਫਿਰ ਕਿੰਨੀ ਕੁ ਸਿਫਾਰਿਸ਼ ਜਿਹੜੀ ਤੁਹਾਡੀ ਚੱਲਦੀ ਹੈ? ਵੈਸੇ ਮੇਰੀ ਸਿਫਾਰਿਸ਼ ਦੀ ਜ਼ਰੂਰਤ ਨਹੀਂ, ਪਹਿਲੇ ਆਪ ਹੀ ਪਹਿਲਾਂ ਹੀ ਇਹ ਕੰਮ ਕਰ ਦਿੰਦੇ ਉਹਨਾਂ ਦੇ। ਅੱਛਾ ਜੀ। ਹਾਂਜੀ, ਪਰ ਫਿਰ ਵੀ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਜੋ ਮਰਦ ਨਾਂ ਦਾ ਤਾਲਾ ਹੈ ਨਾ, ਉਹਦੀ ਚਾਬੀ ਇਸਤਰੀ ਹੁੰਦੀ ਹੈ। ਕਿਤੇ ਨਾ ਕਿਤੇ ਤਾਲੇ ਨੂੰ ਖੋਲਣਾ ਹੈ ਚਾਬੀ, ਤੇ ਲੋਕੀ ਕਹਿੰਦੇ ਨੇ ਵੀ ਕਿਸੇ ਨਾ ਕਿਸੇ ਰੂਪ 'ਚ ਸਿਫਾਰਿਸ਼ ਉੱਥੇ ਤੱਕ ਚਲੇ ਜਾਏ। ਤੇ ਮੈਂ ਸਰ ਕੋ ਪੁੱਛਣਾ ਚਾਹਾਂਗਾ, ਜੇ ਮੈਡਮ ਕੋਈ ਗੱਲ ਕਹਿ ਦੇਣ ਤੇ ਸਿਰੇ ਮੱਥੇ ਪ੍ਰਵਾਨ? ਵੈਸੇ ਤਾਂ ਹਾਲੇ ਤੱਕ ਇਦਾਂ ਦੀ ਨੌਬਤ ਕਦੀ ਆਈ ਨਹੀਂ ਜੀ ਜੀ, ਪਰ ਫਿਰ ਵੀ ਕਈ ਵਾਰੀ ਆਂਢਣਾ ਗੁਆਂਢਣਾ ਤਾਂ ਖੈਰ ਇੰਨਾ ਕੁ ਤਾਂ ਹੁੰਦਾ ਹੀ ਆ, ਸਹੇਲੀਆਂ ਦਾ ਤਾਂ ਥੋੜਾ ਬਹੁਤਾ, ਔਰ ਇੰਨਾ ਕੁ ਤਾਂ ਬਣਦਾ ਵੀ ਆ, ਹੱਕ ਵੀ ਬਣਦਾ ਔਰ ਕਰਨਾ ਵੀ ਚਾਹੀਦਾ। ਜੀ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਬਾਹਰ ਵੀ ਘੁੰਮੇ ਹੋ, ਪਹਿਲਾਂ ਵਿਆਹ ਤੋਂ ਪਹਿਲਾਂ ਵੀ ਸਾਊਦੀ ਅਰਬ ਰਹਿੰਦੇ ਸੀ, ਤੇ ਆਪਾਂ ਗੱਲ ਕਰਦੇ ਹਾਂ ਤੁਹਾਡੇ ਕੱਪੜਿਆਂ ਵੱਲ ਦੇਖ ਕੇ, ਤੁਹਾਡੀ ਡਰੈਸਿੰਗ ਸੈਂਸ ਵੱਲ ਦੇਖ ਕੇ ਮੇਰੇ ਜ਼ਿਹਨ 'ਚ ਇੱਕ ਸਵਾਲ ਆਇਆ ਹੈ ਕਿ ਅੱਜ ਤੁਸੀਂ ਮੈਚਿੰਗ ਕਰਕੇ ਆਏ ਹੋ, ਨਹੀਂ ਗਿਫਟ ਇਤਫਾਕ ਜਿਹੜੀ ਹੈ, ਹੈ? ਇਹ ਇਤਫਾਕ ਹੈ। ਵੈਸੇ ਪਹਿਲਾਂ ਨਹੀਂ ਸੀ, ਤਾਂ ਅਚਾਨਕ ਹੀ ਹੋ ਗਿਆ, ਮੈਚਿੰਗ ਸਾਡੀ ਹੋ ਗਈ ਆ। ਹਾਂ, ਖੈਰ ਸੋਚਿਆ ਨਹੀਂ ਸੀਗਾ ਵੀ ਅਸੀਂ ਮੈਚਿੰਗ ਪਾ ਕੇ ਜੀ, ਜਾਵਾਂਗੇ, ਬਹੁਤ ਹੀ ਸੋਹਣੇ ਲੱਗ ਰਹੇ ਕਿਉਂਕਿ ਹੋ, ਮੈਂ 5 ਮਿੰਟ ਵਿੱਚ ਰੈਡੀ ਹੋ ਕੇ ਆਈ ਹਾਂ। ਤਾਂ ਹੀ ਤੁਸੀਂ ਪਹਿਲਾਂ ਪਹੁੰਚ ਗਏ ਸੀ। ਨਹੀਂ ਹੁਣ ਇਸੇ ਗੱਲ ਤੇ ਆਉਣਾ ਸਰ, ਜੇ ਦੇਖਿਆ ਜਾਏ ਵੀ ਜੋ ਲੇਡੀਜ਼ ਹੁੰਦੀਆਂ ਨੇ ਕਹਿੰਦੇ ਵੀ ਮੇਕਅਪ ਕਰਨ ਲੱਗ ਪੈਣ, ਅੱਧਾ ਘੰਟਾ ਗਿਆ, ਪੌਣਾ ਘੰਟਾ ਗਿਆ, ਪਰ ਮੈਡਮ ਨੇ ਕਿਹਾ 5 ਮਿੰਟ 'ਚ ਮੈਂ ਤਿਆਰ ਹੋ ਕੇ ਆਈ ਹਾਂ। ਐਸੀ ਗੱਲ ਸੱਚੀ ਗੱਲ ਹੈ, ਘਰ ਦੇ ਵਿੱਚ ਵੀ ਤਾਂ ਛੇਤੀ ਮੈਂ ਕਿਹਾ ਸੀ ਮਜ਼ਾਕ 'ਚ ਵੀ ਨਹੀਂ ਲੜੇ, ਕਿਉਂਕਿ ਕੰਪਲੇਂਟ ਹੀ ਨਹੀਂ ਸਾਨੂੰ ਕਦੀ ਆਈ। ਜੀ ਜੀ। ਤੇ ਇਹ ਫਿਰ ਗੱਲ, ਜਿਹੜਾ ਮੇਰਾ ਸਵਾਲ ਹਜੇ ਵਿੱਚ ਹੀ ਹੈ, ਇਹ ਜਦੋਂ ਤੁਸੀਂ ਬਾਹਰ ਰਹਿੰਦੇ ਸੀ ਤੇ ਮੈਡਮ ਨੂੰ ਜਿਹੜਾ ਪਹਿਲਾ ਗਿਫਟ ਕਿਹੜਾ, ਸੂਟ ਕੋਈ ਭੇਜਿਆ ਸੀ ਜਾਂ ਫਿਰ ਕੋਈ ਹੋਰ ਯਾਦ ਹੋਵੇ ਕੋਈ ਗਿਫਟ ਖਾਸ? ਨਹੀਂ ਇੰਨੇ ਜੋਗੇ ਹੀ ਨਹੀਂ ਸੀ ਹੁੰਦੇ, ਦਿਹਾੜੀਆਂ ਕਰਨ ਵਾਲੇ ਮਜ਼ਦੂਰ ਆਦਮੀ ਕਿੰਨੇ ਕਿਤੇ ਗਿਫਟ ਬਾਰੇ ਸੋਚਦਾ ਵੀ ਨਹੀਂ ਸੀ ਉਸ ਵੇਲੇ ਤਾਂ। ਬਈ ਇੰਨਾ ਸੀ ਜਦੋਂ ਕਿਤੇ ਇਹਨੇ ਕਹਿਣਾ ਵੀ ਇਹ ਵੀ ਕੀ ਮੇਲੇ ਕੀ ਲਿਆਂਦਾ, ਮੈਂ ਕਹਣਾ ਮੈਂ ਆ ਗਿਆ ਤੇਰੇ ਲਈ। ਇਸ ਤੋਂ ਵੱਡਾ ਗਿਫਟ ਕੀ ਚਾਹੀਦਾ? ਇੰਨੇ ਕੁ ਨਾ ਇਹਨੇ ਨਹੀਂ ਵੀ ਸੰਤੁਸ਼ਟ ਸੀ, ਅਸੀਂ ਵੀ ਆਪਣਾ ਜੀ ਪ੍ਰਚਾਰੇ ਇੰਨੇ ਕੁ ਚੀਜ਼ ਹਾਰ ਲਈਦਾ ਸੀ। ਬਹੁਤ ਅੱਛੇ। ਤੇ ਜੇ ਮੈਡਮ ਮੈਂ ਤੁਹਾਡੇ ਕੋਲ ਪੁੱਛਾਂ ਤੇ ਤੁਹਾਡੀਆਂ ਹੌਬੀਜ਼ ਬਾਰੇ ਪੁੱਛਣਾ ਚਾਹਾਂਗੇ ਵੀ ਤੁਹਾਨੂੰ ਹੋਰ ਕੀ ਸ਼ੌਂਕ, ਜੀ ਕੀ ਸ਼ੌਂਕ ਹੁੰਦਾ? ਬਸ ਖਾਣਾ ਪਕਾਉਣ ਦਾ ਆ, ਘਰ ਵਿੱਚ ਬਿਜੀ ਰਹੀਦਾ, ਬਸ ਘਰ ਦੀ ਸਾਫ ਸਫਾਈ, ਖਾਣਾ ਵਗੈਰਾ, ਆਏ ਗਏ ਦੀ ਦੇਖਭਾਲ ਕਰਨੀ, ਉਹਨਾਂ ਨੂੰ ਚੀਜ਼ਾਂ ਚੰਗੀਆਂ ਚੀਜ਼ਾਂ ਬਣਾ ਕੇ ਖਿਲਾਉਣੀਆਂ, ਬਸ ਟੀਵੀ, ਜਿੱਦਾਂ ਟੀਵੀ ਦੇਖਣਾ ਤੇ FM ਸੁਣਨ ਦਾ। ਮੇਰਾ ਉੱਠਦੀ ਮੈਂ ਜਦੋਂ ਸ਼ੁਰੂ ਤੋਂ ਮੇਰੀ ਆਦਤ ਸੀਗੀ, ਜਦੋਂ ਮੇਰੀ ਮੈਰਿਜ ਵੀ ਨਹੀਂ ਸੀ ਹੋਈ ਜੀ, ਪਹਿਲਾਂ ਉੱਠ ਕੇ ਮੈਂ ਆਪਣਾ ਟ੍ਰਾਂਜਿਸਟਰ ਹੀ ਲਗਾਉਂਦੀ ਹੁੰਦੀ ਸੀ, ਉਹਦੇ ਨਾਲ ਮੇਰਾ ਸ਼ੁਰੂ ਤੋਂ ਹੀ ਬਹੁਤ ਲਗਾਵ ਹੈਗਾ ਸੁਣਨ ਦਾ। ਜੀ ਹਾਂਜੀ, ਤੇ ਸੁਣਨ ਦਾ ਤਾਂ ਸ਼ੌਂਕ ਹੈਗਾ, ਤੇ ਸਰ ਨੂੰ ਤਾਂ ਫਿਰ ਗਾਣ ਦਾ ਹੋਏਗਾ ਹੀ ਸ਼ੌਂਕ? ਨਾ ਗਾਣ ਦਾ ਨਾ ਪਾਉਣ ਦਾ। ਜੀ, ਬਸ ਇੱਕ ਆਹੀ ਚਿੱਟਾ ਕੁੜਤਾ ਪਜਾਮਾ ਜਿਹਾ ਹੈਗਾ, ਇਹਦੇ ਵਿੱਚ ਵੀ ਬਸ ਇਹਦੇ 'ਚ ਹੀ ਸਾਰ ਲਈਦਾ। ਔਰ ਮੈਂ ਤਾਂ ਸਿੱਧੀ ਜਿਹੜੀ ਦੱਸਾਂ ਕਿ ਮੈਂ ਮਾਰਕੀਟ 'ਚੋਂ ਅੱਜ ਤੱਕ ਮੈਂ ਕਦੀ ਰੁਮਾਲ ਵੀ ਨਹੀਂ ਖਰੀਦਿਆ। ਓ ਮੈਡਮ ਸ਼ਾਪਿੰਗ ਕਰਦੇ ਜਾਂ ਨਹੀਂ? ਸਾਡਾ ਸਾਰਾ ਕੁਝ ਇਹਨਾਂ ਨੇ ਕਰਨਾ ਹੁੰਦਾ ਜੀ, ਪਹਿਲਾਂ ਵੀ ਮੇਰਾ ਪੈਸਾ ਖਰਚਣ ਨੂੰ ਦਿਲ ਨਹੀਂ ਕਰਦਾ ਨਾ। ਆਪਣੇ ਉੱਤੇ ਵਿਸ਼ੇਸ਼ ਤੌਰ ਤੇ ਆਪਣੇ ਉੱਤੇ। ਜੀ। ਸੋ ਜੋ ਮਿਲ ਗਿਆ ਉਹ ਪਾ ਲਈ। ਮੈਡਮ ਨੇ ਕਿਹਾ ਵੀ ਖਾਣਾ ਬਣਾਉਣ ਦਾ ਸ਼ੌਂਕ ਹੈ, ਤੇ ਸਰ ਨੂੰ ਫਿਰ ਕਦੀ ਨਾ ਕਦੀ ਤੇ ਸਰ ਕਹਿੰਦੇ ਹੋਣਗੇ ਵੀ ਅੱਜ ਮੇਰੀ ਆਹ ਫੇਵਰੇਟ ਡਿਸ਼ ਹੈ, ਤੂੰ ਤਿਆਰ ਕਰਕੇ ਦੇ ਮੈਨੂੰ। ਤੁਸੀਂ ਸਾਨੂੰ ਦੱਸੋਗੇ ਵੀ ਸਰ ਨੂੰ ਕੀ ਖਾਣ ਪੀਣ 'ਚ ਕੀ ਪਸੰਦ ਹੈ? ਬਸ ਸਿੰਪਲ ਖਾਣਾ ਇਹਨਾਂ ਨੂੰ ਪਸੰਦ ਆ ਜੀ। ਹਾਂ, ਕੋਈ ਸਪੈਸ਼ਲ ਨਹੀਂ ਹੈਗਾ, ਜੋ ਬਣਿਆ ਬਸ ਉਹੀ ਖਾ ਲੈਣਾ। ਬਸ ਉਹਨੇ ਨਹੀਂ ਸਾਰ ਲਈਦਾ, ਜੋ ਦੇ ਦੇਵੇ। ਇਹ ਦਾਲ ਮੱਖਣੀ ਆਈ, ਦਾਲ ਮੱਖਣੀ ਨਾ ਇਦਾਂ ਦੀ ਕੋਈ ਗੱਲ ਨਹੀਂ, ਜੋ ਆ ਗਿਆ ਸੋ ਠੀਕ ਹੈ। ਜੀ ਤੇ ਜੇ ਫਿਰ ਆਪਾਂ ਗੱਲ ਅਸੀਂ ਕਰੀਏ, ਉਹਨੂੰ ਰੱਬ ਦਾ ਪ੍ਰਸ਼ਾਦ ਸਮਝ ਕੇ ਖਾ ਲਈਦਾ ਜੀ। ਓ ਬਹੁਤ ਅੱਛੀ ਗੱਲ ਜੀ। ਸਾਨੂੰ ਇਹ ਵੀ ਪਤਾ ਚੱਲਿਆ ਹੈ, ਮੈਮ ਸਾਡੇ ਕੋਲ ਪਹਿਲਾਂ ਪਹੁੰਚ ਗਈ ਸੀ ਤੁਹਾਡੇ ਤੋਂ, ਉਹਨਾਂ ਨੇ ਸਾਨੂੰ ਇੱਕ ਰਾਜ਼ ਦੀ ਗੱਲ ਦੱਸੀ ਹੈ ਕਿ ਤੁਸੀਂ ਲਿਖਦੇ ਵੀ ਸੀ। ਹੁਣ ਤਾਂ ਖੈਰ ਭੁੱਲ ਆ ਗਈਆਂ ਜੀ, ਬਹੁਤ ਪੁਰਾਣੀਆਂ ਗੱਲਾਂ ਆ ਜੀ। ਕਵਿਤਾਵਾਂ ਲਿਖਦੇ ਸੀ, ਕਿ ਕੋਈ ਕਵਿਤਾ ਅੱਜ ਤੁਸੀਂ ਸੁਣਾਉਣਾ ਚਾਹੋਗੇ ਸਾਨੂੰ? ਹੁਣ ਤਾਂ ਭੁੱਲ ਆ ਗਈਆਂ ਜੀ। ਇਹ ਭੁੱਲਣ ਦਾ ਕੀ ਕਾਰਨ ਹੈ? ਵਿਆਹ ਤੋਂ ਬਾਅਦ ਭੁੱਲ ਗਈਆਂ? ਨਹੀਂ, ਭੁੱਲਣ ਦਾ ਕਾਰਨ ਤਾਂ ਜ਼ਿਆਦਾ ਰਾਜਨੀਤਿਕ ਹੈ। ਉਲਝੀ ਇੰਨਾ ਕਿ ਗਏ ਕਿ ਹੁਣ ਸਵੇਰ ਨੂੰ 5-6 ਵਜੇ ਉੱਠ ਜਾਣਾ, 7 ਵਜੇ ਤੱਕ ਤਿਆਰ ਹੋ ਜਾਣਾ, ਔਰ ਰਾਤ ਤੱਕ 10-11 ਵਜੇ 12 ਵਜੇ 2 ਵਜੇ ਤੱਕ ਆਉਣਾ। ਲੋਕਾਂ ਦੀ ਇੰਨੀ ਕੁ ਫੁਰਸਤ ਹੀ ਨਹੀਂ ਹੁਣ ਰਹੀ। ਨਿਸੰਦੇਹ ਕਿ ਵੀ ਐਸੀ ਨਹੀਂ ਕਿ ਵੀ ਅਸੀਂ ਕਰ ਨਹੀਂ ਸਕਦੇ ਜਾਂ ਉਸ ਤਰ੍ਹਾਂ ਦਾ ਮਨ ਨਹੀਂ, ਪਰ ਸਮੇਂ ਦੇ ਅਨੁਸਾਰ ਜਿਹੜਾ
ਪਰ ਕਿਤੇ ਉਹ ਗੱਲ ਤੇ ਨਹੀਂ ਵੀ ਜਿਹਦੇ ਲਈ ਕਵਿਤਾਵਾਂ ਲਿਖਦੇ ਸੀ ਉਹ ਮਿਲ ਗਈ, ਹੁਣ ਛੱਡੋ ਠਾਕੀ ਲਿਖੋ। ਇਹ ਵੀ ਕਾਰਨ ਇਹ ਵੀ ਕਹਿ ਸਕਦੇ ਆ ਕਿ ਜਦੋਂ ਕਿਸੇ ਦੀ ਇਬਾਦਤ ਪੂਰੀ ਹੋ ਜਾਂਦੀ ਹੈ ਜੀ, ਤਾਂ ਉਸ ਤੋਂ ਬਾਅਦ ਫਿਰ ਕਹਿੰਦੇ ਚਲੋ ਹੁਣ ਜਿਹੜੀ ਸੁਖਣਾ ਤਾਂ ਪੂਰੀ ਹੋ ਗਈ, ਜੀ ਹੁਣ ਉਹਦੀ ਸੁਖਣਾ ਹੀ ਲਾਈ ਜਾਂਦੇ ਸਾਰੀ। ਜੀ ਤੇ ਆਪਾਂ ਹੁਣ ਮੈਮ ਕੋਲ ਆਨੇ ਆ। ਤੁਸੀਂ ਵਿਆਹ ਤੋਂ ਬਾਅਦ ਜਿਹੜੇ ਸੁਪਨੇ ਦੇਖੇ ਸੀ ਆਪਣੇ ਜੀਵਨ ਸਾਥੀ ਦੇ ਲਈ, ਕੀ ਉਹ ਵਿਆਹ ਤੋਂ ਬਾਅਦ ਪੂਰੇ ਹੋ ਗਏ? ਹਾਂਜੀ, ਮੈਂ ਸੁਪਨੇ ਪੂਰੇ, ਕਿਉਂਕਿ ਵੀ ਜਦੋਂ ਦੀ ਸਾਡੀ ਮੈਰਿਜ ਹੋਈ ਆ ਜੀ ਅਸੀਂ ਖੁਸ਼ ਆ। ਜੋ ਸਾਨੂੰ ਜ਼ਰੂਰਤ ਸਾਡੀ ਹੁੰਦੀ ਉਹ ਇਹ ਪੂਰੀਆਂ ਕਰਦੇ ਆ ਜੀ। ਇਸ ਕਰਕੇ ਲਾਈਫ ਸਾਡੀ ਜਿਹੜੀ ਆ ਉਹ ਮੈਂ ਬਹੁਤ ਖੁਸ਼ ਹੈਗੀ ਆ ਜੀ। ਬੱਚੇ 2 ਦਿੱਤੇ ਆ, ਬੱਚੇ ਵੀ ਅੱਛੇ ਆ। ਫੈਮਿਲੀ ਜਿੱਦਾਂ ਸਾਡੇ ਪਰਿਵਾਰ ਦਾ ਇੱਕ ਦੂਜੇ ਨਾਲ ਬਹੁਤ ਪਿਆਰ ਹੈਗਾ ਆ, ਵੱਡੇ ਭਾਈ ਸਾਹਿਬ ਹੋ ਗਏ ਜੀ। ਤੇ ਇਸ ਕਰਕੇ ਮੇਰੀ ਲਾਈਫ ਜਿਹੜੀ ਆ ਮੈਂ ਬਹੁਤ ਖੁਸ਼ ਹੈਗੀ ਆ ਜੀ। ਤੇ ਜੋ ਸਮਝੇ ਸੀ ਉਹ ਮੇਰੇ ਪੂਰੇ ਹੋਏ ਆ, ਜੋ ਮੈਂ ਸੋਚੇ ਸੀਗੇ। ਜੀ। ਤੇ ਤੁਹਾਡੇ ਕੋਲੋਂ ਵੀ ਜੇ ਇਹੀ ਸਵਾਲ ਆਪਾਂ ਕਰੀਏ, ਜੋ ਤੁਹਾਡੀਆਂ ਐਕਸਪੈਕਟੇਸ਼ਨ ਸੀਗੀਆਂ ਆਪਣੀਆਂ ਧਰਮ ਪਤਨੀ ਨੂੰ ਲੈ ਕੇ, ਕੀ ਉਹ ਖਰੇ ਉਤਰੇ ਨੇ? ਮੈਂ ਤੇ ਇਹ ਕਹਿ ਸਕਦਾ ਕਿ ਵੀ ਅੱਜ ਤੱਕ ਜੋ ਵੀ ਮੈਂ ਸੋਚਿਆ ਸੀ ਜੀ ਰੱਬ ਨੇ ਮੇਰਾ ਹਰ ਕੁਝ ਪੂਰਾ ਕੀਤਾ ਹੈ। ਵਾਹ ਜੀ ਵਾਹ। ਔਰ ਜ਼ਿੰਦਗੀ ਦੇ ਵਿੱਚ ਕਮੀ ਨਾ ਦੀ ਚੀਜ਼ ਕੋਈ ਨਹੀਂ ਛੱਡੀ। ਹਾਂ, ਜਿੰਨਾ ਚਿਰ ਜੀਂਦੇ ਆ ਸਵਾਸਾਂ ਦੇ ਵਿੱਚ ਹੈ ਕਿ ਮਾਨਵੀ ਜੀਵਨ ਜੀਨੇ ਆ ਤੇ ਕਿਤੇ ਨਾ ਕਿਤੇ ਤਮਾ ਤਾਂ ਬਣੀ ਰਹਿੰਦੀ ਹੈ। ਬਿਲਕੁਲ ਬਿਲਕੁਲ। ਪਰ ਮੈਂ ਇਹ ਕਹਿ ਸਕਦਾ ਕਿ ਵੀ ਕਿਸੇ ਪਾਸੇ ਕੋਈ ਕਮੀ ਨਹੀਂ ਜੀ। ਜੇ ਕੋ ਮਜ਼ਦੂਰ ਦੇ ਕੋਲ ਉਹਦੇ ਕੋਲ ਖਾਣ ਪੀਣ ਨੂੰ ਚਾਹੀਦਾ, ਕਾਰੋਬਾਰ ਅੱਛਾ ਚਾਹੀਦਾ, ਸਭ ਕੁਝ ਚਾਹੀਦਾ, ਸੁੱਖ ਸੁਵਿਧਾਵਾਂ ਸਾਰੀਆਂ ਚਾਹੀਦੀਆਂ। ਬਿਲਕੁਲ। ਔਰ ਸਭ ਤੋਂ ਬੜੀ ਗੱਲ ਕਈਆਂ ਕੋਲ ਪੈਸਾ ਹੁੰਦਾ ਤੇ ਘਰੇਲੂ ਸੁੱਖ ਨਹੀਂ ਹੈ। ਔਰ ਮੇਰੇ ਕੋਲ ਤਾਂ ਪਰਮਾਤਮਾ ਦੀ ਦੇ ਸਾਰੇ ਪਾਸਿਓਂ ਆ। ਬੱਚਿਆਂ ਵੱਲੋਂ ਵੀ ਖੁਸ਼ ਆ, ਭਰਾ ਭਰਜਾਈ ਭਤੀਜੇ ਮਾਤਾ, ਐਸਾ ਕੋਈ ਸੈਕਟਰ ਨਹੀਂ ਹੈਗਾ ਕਿ ਵੀ ਜਿੱਥੇ ਮੈਂ ਕਹਿ ਸਕਾਂ ਕਿ ਮੇਰੀ ਲਾਈਫ 'ਚ ਅੱਜ ਮੈਨੂੰ ਕਮੀ ਨਜ਼ਰ ਆਉਂਦੀ ਹੈ। ਜੀ ਜੀ। ਜੋ ਇੱਕ ਵਿਅਕਤੀ ਨੂੰ ਚਾਹੀਦਾ ਹੈ ਜੀ, ਸਾਰਾ ਕੁਝ ਜੋ ਹਾਲੇ ਤੱਕ ਮੈਂ ਸੋਚਿਆ ਸੀ, ਜੀ ਜੀ, ਮੇਰੀ ਹਰ ਲੋੜ ਨੂੰ ਰੱਬ ਨੇ ਪੂਰਾ ਕੀਤਾ ਹੈ। ਸੋ ਮੈਂ ਤਾਂ ਆਪਣੀ ਜ਼ਿੰਦਗੀ ਤੋਂ ਵੀ ਰੱਬ ਤੋਂ ਵੀ ਖੁਸ਼ ਹਾਂ, ਆਪਣੇ ਸਾਥੀਆਂ ਤੋਂ ਵੀ ਖੁਸ਼ ਹਾਂ। ਕਿਸੇ ਪਾਸਿਓਂ ਕੋਈ ਕਮੀ ਨਹੀਂ ਹੈਗੀ। ਜੀ। ਹਾਂ, ਜਿੰਨਾ ਚਿਰ ਜਿੰਦੇ ਆ ਕੁਛ ਅੱਗੇ ਜੀਣ ਦੇ ਲਈ ਕੁਛ ਨਾ ਕੁਛ ਲਕਸ਼, ਜੇ ਅੱਜ ਤੁਸੀਂ 100 ਰੁਪਏ ਕਮਾਉਂਦੇ ਤੇ ਕੱਲ ਨੂੰ 110 ਦੀ ਤਮਾ ਕਰੋਗੇ। ਨਿਸੰਦੇਹ ਉਸ ਪੱਖੋਂ ਤਾਂ ਜਿਹਨੂੰ ਅੱਗੇ ਕਰਨਾ ਚਾਹੀਦਾ ਹੈ ਜੀ। ਪਰ ਕਮੀ ਕਿਸੇ ਪਾਸਿਓਂ ਨਹੀਂ। ਔਰ ਜੇ ਕਹਿ ਦਈਏ ਕਿ ਵੀ ਘਰ ਨੂੰ ਅਸੀਂ ਕਹਿ ਦਈਏ ਕਿ ਇੱਕ ਘਰ ਹੋਣਾ ਚਾਹੀਦਾ ਜੀ, ਉਹਦੇ ਵੱਲੋਂ ਵੀ ਸਾਡੇ ਵੱਲੋਂ ਹਰ ਤਰ੍ਹਾਂ ਦਾ ਸ਼ੌਂਕ ਕੋਈ ਰੱਖਿਆ ਨਹੀਂ। ਔਰ ਜਿੰਨਾ ਕੁ ਚਾਹੀਦਾ ਉਸ ਤੋਂ ਵੱਧ ਮਿਲੀ ਜਾਂਦਾ ਜੀ। ਘਰ ਦੇ ਵਿੱਚ ਵੀ ਇੱਕ ਜਿਹੜਾ ਪਤਨੀ ਦਾ ਰੋਲ ਹੋਣਾ ਚਾਹੀਦਾ। ਮੈਂ ਜਿਵੇਂ ਦੱਸਿਆ ਕਿ ਮਜ਼ਾਕ 'ਚ ਵੀ ਨਹੀਂ ਲੜੇ, ਤੇ ਇਹਦਾ ਮਤਲਬ ਕਿ ਵੀ ਇਸ ਪੱਖੋਂ ਵੀ ਸਾਨੂੰ ਕਿਸੇ ਪਾਸਿਓਂ ਕਮੀ ਨਹੀਂ ਹੈ। ਔਰ ਅੱਜ ਵੀ 27 ਸਾਲ ਸਾਡੇ ਵਿਆਹ ਨੂੰ ਹੋ ਚੱਲੇ, 26-27 ਸਾਲ ਹੋ ਚੱਲੇ ਆ, ਤੇ ਰੋਟੀ ਅੱਜ ਵੀ ਅਸੀਂ ਇੰਤਜ਼ਾਰ, ਕਿਉਂਕਿ ਹੁਣ ਤਾਂ ਨਿਆਣੇ ਵੀ ਅਸੀਂ, ਸਾਡੀਆਂ ਭਤੀਜੇ ਨੂੰਹਾਂ ਵੀ ਆ ਗਈਆਂ, ਪੋਤਿਆਂ ਵਾਲੇ ਵੀ ਹੋ ਗਏ ਆ, ਤੇ ਕਈ ਵਾਰੀ ਕਈ ਮਜ਼ਾਕ ਵੀ ਕਰਦੇ ਕਿ ਹਲੇ ਵੀ ਰੋਟੀ ਇਕੱਠੇ ਖਾਈ ਜਾਂਦੇ ਆ। ਪਰ ਇੱਕ ਜਿਹੜੀ ਆ ਕਈ ਵਾਰੀ ਸੋਚਿਆ ਵੀ ਸਕੂਨ ਮਿਲਦਾ ਹੈ ਇਕੱਠੇ ਖਾ ਕੇ। ਪਰ ਹੁਣ ਤਾਂ ਮੈਂ ਇੱਕ ਫੰਕਸ਼ਨ 'ਚ ਗਿਆ ਤੇ ਉਸ ਫੰਕਸ਼ਨ ਦੇ ਵਿੱਚ ਸਪੈਸ਼ਲ ਮਾਈਕ ਤੋਂ ਬੋਲ ਰਿਹਾ ਕਿ ਜੀ ਰਾਤ ਨੂੰ ਭਾਵੇਂ ਜਿੰਨੀ ਮਰਜ਼ੀ ਦੇਰ ਹੋ ਜਾਏ, ਅਸੀਂ ਜਦੋਂ ਵੀ ਵਿਜੇ ਸਾਂਪਲਾ ਜੀ ਨੂੰ ਕੀਤਾ, ਮੈਂ ਕਿਹਾ ਸ਼ਾਇਦ ਵੀ ਕਿਤੇ ਉਹ ਕੋਈ ਸਿਫਤ ਕਰ ਰਿਹਾ ਹੋਏਗਾ ਵੀ ਅਸੀਂ ਯਾਦ ਕੀਤਾ, ਉਹ ਆਉਂਦੇ ਹੋਣਗੇ ਜੇ ਵੀ ਆ, ਤੇ ਵੀ ਜਦੋਂ ਜਿੰਨੀ ਮਰਜ਼ੀ ਦੇਰੀ ਹੋਣ ਭਾਵੇਂ ਅੱਧੀ ਰਾਤ ਹੋ ਜਾਣ। ਉਹ ਜਦੋਂ ਕਰਦਾ ਰਿਹਾ ਮੈਂ ਕਿਹਾ ਮੇਰੇ ਲਈ ਕਹਿਣ ਲੱਗਾ ਹੋਣਾ, ਬਾਅਦ ਕਹਿੰਦਾ ਰੋਟੀ ਜਾ ਕੇ ਘਰੇ ਹੀ ਖਾਂਦੇ ਆ। ਉਹ ਬੜਾ ਅਜੀਬ ਜਿਹਾ ਦੇਖੋ। ਦੇਖਣ ਵਾਲੀ ਗੱਲ ਹੈ, ਜੇ ਮੈਡਮ ਘਰੇ ਇੰਤਜ਼ਾਰ ਕਰਦੇ ਨੇ, ਅੱਜ ਦੂਰਦਰਸ਼ਨ ਦੇ ਵਿਹੜੇ ਵੀ ਪਹਿਲਾਂ ਪਹੁੰਚ ਕੇ ਉਹਨਾਂ ਤੁਹਾਡਾ ਇੰਤਜ਼ਾਰ ਕੀਤਾ ਵੀ ਜੇ ਆਉਣਗੇ ਤਾਂ ਇੰਟਰਵਿਊ ਸ਼ੁਰੂ ਕਰਨੀ, ਨਹੀਂ ਤੇ ਪਹਿਲਾਂ ਨਹੀਂ ਸ਼ੁਰੂ ਕਰਨੀ। ਤੇ ਦੂਸਰੀ ਗੱਲ ਇਹ ਵੀ ਹੈ ਕਿ ਮੈਡਮ ਪਹਿਲਾਂ ਪਹੁੰਚ ਗਏ ਸੀ ਤੇ ਸਰ ਦਾ ਜਿਹੜਾ ਬਾਰ-ਬਾਰ ਫੋਨ ਆ ਰਿਹਾ ਸੀ ਕਿ ਮੈਡਮ ਸਹੀ ਸਲਾਮਤ ਪਹੁੰਚ ਗਏ ਸੀ। ਬਿਲਕੁਲ ਬਿਲਕੁਲ। ਜਿੱਥੇ ਸਰ ਦਾ ਫੋਨ ਆ ਰਿਹਾ ਸੀ ਉੱਥੇ ਸਾਡੇ ਦਰਸ਼ਕ ਵੀ ਬਾਰ-ਬਾਰ ਫੋਨ ਕਰ ਰਹੇ ਸੀ ਵੀ ਜਲਦੀ ਕਿਉਂ ਨਹੀਂ ਜੋੜੀ ਨੂੰ ਦਿਖਾਇਆ ਜਾ ਰਿਹਾ, ਜਲਦੀ ਕਿਉਂ ਨਹੀਂ ਜੋੜੀ ਨੂੰ ਦਿਖਾਇਆ ਜਾ ਰਿਹਾ। ਜੀ, ਅਸੀਂ ਕਹਿ ਸਕਦੇ ਹਾਂ ਕਿ ਇੰਤਜ਼ਾਰ ਦਾ ਫਲ ਜਿਹੜਾ ਮਿੱਠਾ ਹੁੰਦਾ ਹੈ। ਬਿਲਕੁਲ। ਤੇ ਤੁਸੀਂ ਸਹੀ ਕਿਹਾ ਵੀ ਤੁਸੀਂ ਘਰ ਦੇ ਵਿੱਚ ਵੀ ਪੂਰਾ ਤੁਹਾਨੂੰ ਸੁੱਖ ਮਿਲਿਆ। ਕਹਿੰਦੇ ਨੇ ਗੁਰਬਾਣੀ ਦੀਆਂ ਲਾਈਨਾਂ ਵੀ ਨੇ ਵੀ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਤੇ ਕਹਿੰਦੇ ਨੇ ਵੀ ਜੇ ਕਿਤੇ ਮੁਕਾਮ ਤੇ ਪਹੁੰਚਣਾ ਹੋਵੇ, ਤੁਸੀਂ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਦਾ ਸਫ਼ਰ ਤੈਅ ਕਰ ਚੁੱਕੇ ਹੋ ਲਗਭਗ। ਤੇ ਕਹਿੰਦੇ ਨੇ ਕਿ ਇੱਕ ਮਰਦ ਦੇ ਪਿੱਛੇ ਜੇ ਸਫਲਤਾ ਜੇ ਉਹਦੀ ਘੜੀ ਜਾਂਦੀ ਹੈ ਤਾਂ ਇੱਕ ਔਰਤ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਮੈਂ ਜਾਣਨਾ ਚਾਹਾਂਗਾ ਵੀ ਇੱਕ ਰਾਜਨੀਤੀ ਦੇ ਖੇਤਰ ਦੇ ਵਿੱਚ ਮੈਡਮ ਦਾ ਤੁਹਾਨੂੰ ਸਪੋਰਟ ਕਿਸ ਤਰ੍ਹਾਂ ਦਾ ਮਿਲਿਆ? ਮੇਰਾ ਖਿਆਲ ਇਸ ਤੋਂ ਬਾਅਦ ਤਾਂ ਮੇਰੇ ਦੱਸਣ ਤੋਂ ਬਾਅਦ ਇਹ ਸਵਾਲ ਖਤਮ ਹੋ ਜਾਣਾ ਚਾਹੀਦਾ ਕਿ ਵੀ ਔਰਤ ਦੀ ਸਪੋਰਟ ਕਿੰਨੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜੀ। ਕਿ ਵੀ ਇਹ ਸਪੋਰਟ ਤਾਂ ਇੱਥੇ ਹੈ ਕਿ ਵੀ ਰਾਜਨੀਤਿਕ ਖੇਤਰ 'ਚ ਪਤਾ ਨਹੀਂ ਲੱਗਦਾ ਕਦੋਂ ਕਿੰਨੇ ਵਿਅਕਤੀ ਆ ਜਾਣੇ ਆ। ਜੀ ਜੀ। ਔਰ ਕਈ ਵਾਰੀ ਵੀ ਹੁੰਦਾ
ਕਿ ਵੀ ਜੀ 8-10 ਅਸੀਂ ਆ ਰਹੇ ਜੀ, ਫਟਾਫਟ ਜੀ ਰੋਟੀ ਨਹੀਂ ਮਿਲੀ ਤਾਂ ਤੁਸੀਂ ਬਣਾਓ ਜੀ, 7 ਬੰਦੇ ਆ ਰਹੇ, 10 ਬੰਦੇ ਆ ਰਹੇ ਜੀ। ਔਰ ਇਹ ਵੀ ਮੈਂ ਕਹਾਂਗਾ ਕਿ ਵੀ ਇਸ ਪੱਖੋਂ ਵੀ ਮੈਂ ਖੁਸ਼ ਹਾਂ ਜੀ ਕਿ ਵੀ ਜੇ ਮੈਂ ਕਿਹਾ ਵੀ 5-6 ਬੰਦੇ ਆ ਰਹੇ ਆ ਤੇ ਜੇ ਉਹ ਰਾਸਤੇ ਚ ਆਉਂਦੇ ਹੁੰਦੇ 6 ਦੇ 8 ਵੀ ਹੋ ਗਏ ਤੇ ਰੋਟੀ ਦੀ ਤਿਆਰੀ ਪੂਰੀ ਮਿਲ ਗਈ ਔਰ ਸਮੇਂ ਸਿਰ। ਇਸ ਪੱਖੋਂ ਜਾਨੀ ਇੱਕ ਮੈਂ ਸਮਝਦਾ ਕਿ ਵੀ ਬਹੁਤ ਸਾਰੇ ਲੋਕ ਅੱਜ ਜਿਹੜੇ ਆ ਉਹ ਨੌਕਰੀ ਪੇਸ਼ਾ ਪਤਨੀ ਨੂੰ ਲੱਭਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲਗਾਉਂਦੇ ਆ। ਜੀ ਪਰ ਜੇ ਸਹੀ ਘਰ ਦੇ ਵਿੱਚ ਜੇ ਸਹੀ ਜੀਵਨ ਜੀਣਾ ਹੈ ਨਾ ਤੇ ਹਾਊਸ ਵਾਈਫ ਦਾ ਹੋਣਾ ਜ਼ਰੂਰੀ ਹੈ। ਜੀ ਮੈਂ ਕਿਸੇ ਔਰਤ ਦੀ ਤਰੱਕੀ ਜਾਂ ਜਿਹੜੀ ਉਹਦੇ ਵਿੱਚ ਉਹਦੇ ਨਾਲ ਸਹਿਮਤ ਹਾਂ ਕਿ ਔਰਤ ਨੂੰ ਤਰੱਕੀ ਕਰਨੀ ਚਾਹੀਦੀ ਹੈ, ਸਮੇਂ ਦੇ ਨਾਲ ਉਹਨੂੰ ਢਲਣਾ ਚਾਹੀਦਾ, ਮਾਡਰਨ ਹੋਣਾ ਚਾਹੀਦਾ ਹਰ ਪੱਖੋਂ। ਪਰ ਨਾਲ ਨਾਲ ਇਹ ਵੀ ਆ ਕਿ ਵੀ ਘਰ ਨੂੰ ਸੰਭਾਲਣ ਲਈ ਵੀ ਜਿਹੜੀ ਆ ਉਹ ਔਰਤ ਹੀ ਸੰਭਾਲ ਸਕਦੀ, ਅਸੀਂ ਕਹਿੰਦੇ ਆ ਜੀ। ਔਰ ਵੈਸੇ ਵੀ ਇਹ ਹੈ ਕਿ ਕਿਉਂਕਿ ਸਮੇਂ ਦੇ ਵਿੱਚ ਕਈ ਵਾਰੀ ਦੇਖਦੇ ਹਾਂ ਦੌੜਦੇ ਹਾਂ ਵੀ ਕਿ ਔਰਤ ਨੂੰ ਅਲੱਗ ਤਰੀਕੇ ਨਾਲ, ਜੋ ਮੇਰਾ ਆਪਣਾ ਵਿਚਾਰ ਹੈ ਜੀ ਜੀ ਕਿ ਵੀ ਅਸੀਂ ਫੁੱਟਬਾਲ ਦੀ ਟੀਮ ਜਾਂ ਹਾਕੀ ਦੀ ਟੀਮ 'ਚ ਮੈਚ ਖੇਲਦੇ ਦੇਖਦੇ ਹਾਂ ਜੀ ਤੇ ਜੇ ਗੋਲਕੀਪਰ ਕਹੇ ਕਿ ਵੀ ਫਾਸਟ ਫਾਰਵਰਡ ਨੇ ਤਾਂ ਜਾ ਕੇ ਗੋਲ ਕਰ ਦਿੱਤਾ ਤੇ ਨਾ ਤਾਂ ਹੋ ਗਿਆ ਉਹਦਾ, ਤੇ ਗੋਲਕੀਪਰ ਕਹੇ ਮੈਂ ਜਾ ਕੇ ਕਰਕੇ ਆਣਾ, ਤਾਂ ਮੈਂ ਕੀ ਗੱਲ, ਮੈਂ ਇੱਥੇ ਇੰਨੀ ਕਿ ਡੀ 'ਚ ਵੱਜਾ ਆ, ਜੇ ਉਹ ਬਾਹਰ ਚਲ ਜਾਏਗਾ ਤਾਂ ਟੀਮ ਦਾ ਕੀ ਹਸ਼ਰ ਹੋਏਗਾ। ਬਿਲਕੁਲ। ਸੋ ਮੈਂ ਇਹ ਸਮਝਦਾ ਕਿ ਵੀ ਸਾਡੀ ਟੀਮ ਦੇ ਵਿੱਚ ਜਿਹੜੇ ਗੋਲਕੀਪਰ ਦਾ ਘਰ ਨੂੰ ਸੰਭਾਲਣ ਵਾਲਾ, ਜਿੱਥੇ ਫਾਸਟ ਜਿਹੜੇ ਫੁੱਲ ਬੈਕ ਬੈਕ ਦਾ ਵੀ ਰੋਲ ਹੁੰਦਾ, ਉੱਥੇ ਜਿੰਨਾ ਚਿਰ ਘਰ ਦੇ ਵਿੱਚ ਗੋਲਕੀਪਰ ਨਾ ਹੋਵੇ, ਉਹਨਾਂ ਮੰਨ ਲਓ ਟੀਮ 'ਚ ਗੋਲਕੀਪਰ ਨਾ ਹੋਵੇ ਤਾਂ ਟੀਮ ਕਦੇ ਵੀ ਹਾਰ ਸਕਦੀ ਹੈ। ਜੀ। ਇਸ ਕਰਕੇ ਘਰ ਨੂੰ ਸੁਚਾਰੂ ਰੂਪ 'ਚ ਚਲਾਉਣਾ ਹੋਵੇ ਜੀ ਤੇ ਇੱਕ ਅੱਛੀ ਹਾਊਸ ਵਾਈਫ ਦਾ ਹੋਣਾ ਉਹ ਬਹੁਤ ਜ਼ਰੂਰੀ ਹੈ। ਜੀ। ਸਮੇਂ ਦੇ ਦੌੜ ਨਾਲ ਲੋਕ ਕਾਰੋਬਾਰ 'ਚ ਲੱਗੇ ਆ, ਮੈਂ ਉਹਨਾਂ ਦੇ ਉੱਤੇ ਕਿਸੇ ਤੇ ਉਹ ਨਹੀਂ ਕਹਿਣਾ ਚਾਹੁੰਦਾ, ਪਰ ਅੱਛਾ ਜੀਵਨ ਜੀਣ ਦੇ ਲਈ ਮੇਰਾ ਆਪਣੇ ਐਕਸਪੀਰੀਅੰਸ ਤੋਂ ਮੈਂ ਕਹਿੰਦਾ ਕਿ ਅੱਛਾ ਜੀਵਨ ਜੀਣ ਦੇ ਲਈ ਜਿਹੜਾ ਵਾਈਫ ਦਾ, ਕਿਉਂਕਿ ਔਰਤ ਹੀ ਘਰ ਨੂੰ ਜਿਹੜਾ ਸੰਭਾਲ ਸਕਦੀ ਹੈ। ਜੀ। ਅਸੀਂ ਜਦੋਂ ਕਿਤੇ ਬਾਹਰ ਘੁੰਮਦੇ ਆ ਰਾਤ ਨੂੰ 2 ਵਜੇ ਵੀ ਆਨੇ ਆ ਤਾਂ ਸਾਨੂੰ ਇਹ ਪਤਾ ਹੈ ਕਿ ਮੈਨੂੰ ਘਰ ਜਾ ਕੇ ਰੋਟੀ ਮਿਲਣੀ ਹੈ। ਤੇ ਜੇ ਪਤਾ ਹੋਵੇ ਕਿ ਪਤਾ ਨਹੀਂ ਮੇਰੀ ਘਰ ਵਾਲੀ ਦੀ ਵੀ ਡਿਊਟੀ ਹੋਣੀ ਹੈ ਤੇ ਪਤਾ ਨਹੀਂ ਉਹ ਜਿਹੜੇ ਮੈਂ ਰਾਜ ਰੈਸਟੋਰੈਂਟ ਖਾਣਾ ਜਾਂ ਕੀ ਕਰਦਾ ਕੀ ਨਹੀਂ, ਇੱਥੇ ਸਿਹਤ ਦਾ ਨੁਕਸਾਨ ਹੁੰਦਾ, ਉੱਥੇ ਸਮਾਜਿਕ ਬੁਰਾਈਆਂ ਨੂੰ ਵੀ ਘਰ ਜਗ੍ਹਾ ਮਿਲਦੀ ਹੈ। ਜੀ ਜੀ। ਔਰ ਅੱਜ ਜੇ ਅਸੀਂ ਸਾਰੇ ਪੱਖੋਂ ਠੀਕ ਹੈ ਤੇ ਇਹਦੇ ਵਿੱਚ ਰੱਬ ਦਾ ਜਿਹੜਾ ਯੋਗਦਾਨ ਹੈ ਉਹ ਇਹ ਵੀ ਆ ਕਿ ਵੀ ਸਾਨੂੰ ਅਸੀਂ ਜਿਹੜੀ ਜੀਵਨ ਦੀ ਸੱਚਾਈ ਨੂੰ ਸਮਝਣ ਦਾ ਸਾਨੂੰ ਰੱਬ ਤੋਂ ਆਸ਼ੀਰਵਾਦ ਹੀ ਮਿਲਿਆ। ਅਸੀਂ ਸਮਝਣ ਦੀ ਤਾਂ ਹੁਣ ਪਤਾ ਲੱਗਾ ਵੀ ਇਹ ਠੀਕ ਕੀਤਾ ਕਿ ਗਲਤ ਕੀਤਾ, ਪਰ ਇਹ ਕਹਿ ਸਕਦੇ ਕਿ ਰੱਬ ਵੱਲੋਂ ਆਸ਼ੀਰਵਾਦ ਹੀ ਮਿਲਿਆ। ਬਹੁਤ ਅੱਛਾ। ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਆਸ਼ੀਰਵਾਦ ਰੱਬ ਦਿੰਦਾ ਰਹੇ। ਜਿਵੇਂ ਤੁਸੀਂ ਦੱਸਿਆ ਕਿ ਘਰ ਮੈਡਮ ਸੰਭਾਲਦੇ ਨੇ ਤੇ ਬਾਹਰ ਤੁਸੀਂ ਸੰਭਾਲਦੇ ਹੋ, ਤੇ ਇੱਕ ਨੇਤਾ ਹੋਣ ਦੇ ਨਾਤੇ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੀ ਹਾਂ ਕਿ ਘਰ ਵਿੱਚ ਨੇਤਾਗਿਰੀ ਕਿਹਦੀ ਚੱਲਦੀ ਹੈ? ਘਰ ਵਿੱਚ ਵੀ ਇਹਨਾਂ ਦੀ ਚੱਲਦੀ ਹੈ। ਇਹ ਤਾਂ ਟੀਵੀ ਵਾਲੇ ਦੇਖਦੇ ਆ, ਉਹਨਾਂ ਨੂੰ ਕਾਹਨੂੰ ਦੱਸਣਾ ਕਿ ਟੀਵੀ ਤੇ ਦਰਸ਼ਕ ਵੀ ਦੇਖਦੇ। ਵੈਸੇ ਤਾਂ ਨਿਸੰਦੇਹ ਕਿ ਚਲਦੀ ਜਿਹੜੀ ਆ ਜੀ ਸੱਚ ਦੱਸਣਾ ਚਲਦੀ ਤਾਂ ਇਹ ਕਹਿ ਸਕਦੇ ਆ ਕਿ ਵੀ ਚਲਦੀ ਤਾਂ ਭਾਵੇਂ ਮੇਰੀ ਹੋਊਗੀ ਪਰ ਉਹਦੇ ਚ ਸਤਿਕਾਰ ਪੂਰਾ ਇਹਦਾ ਰਹਿੰਦਾ, ਰਜ਼ਾਮੰਦੀ। ਜੀ। ਸਤਿਕਾਰ ਤੋਂ ਬਿਨਾਂ ਜਦੋਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਵੀ ਇਹਦੀ ਰਜ਼ਾਮੰਦੀ ਤੋਂ ਬਿਨਾਂ ਚੱਲਦੀ ਆ। ਨਿਸੰਦੇਹ ਕਿ ਵੀ ਘਰ 'ਚ ਜੋ ਅਸੀਂ ਕਹਿੰਦੇ ਆ ਜੋ ਕਰਦੇ ਆ ਜੀ, ਔਰ ਇਹ ਵੀ ਹੈ ਕਿ ਰੱਬ ਤੋਂ ਡਰ ਕੇ ਕਹਿੰਦੇ ਆ ਕਿ ਵੀ ਕਦੀ ਗਲਤ ਕੰਮ ਕਿਹਾ ਹੀ ਨਹੀਂ। ਜੀ ਠੀਕ ਹੈ ਨਾ। ਅੱਛਾ, ਖਾਣ ਪੀਣ ਦਾ ਸ਼ੌਂਕ ਕੋਈ ਨਹੀਂ, ਪਾਉਣ ਦਾ ਕੋਈ ਸ਼ੌਂਕ ਨਹੀਂ, ਜੋ ਮਿਲ ਗਿਆ ਉਹ ਪਾ ਲੈਣਾ। ਇਹਦੇ ਲਈ ਮੇਰੇ ਲਈ ਉਹਦੀ ਕਰੀਜ਼ ਹੈ ਨਹੀਂ, ਇਹਦੇ ਚ ਆਹ ਹੈ ਨਹੀਂ, ਉਹ ਹੈ ਨਹੀਂ, ਐਸੀ ਕੁਝ ਨਹੀਂ, ਜੋ ਮਿਲ ਗਿਆ ਉਹ ਖਾ ਲਈਦਾ। ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਅੱਜ ਜੋੜੀਆਂ ਜਗ ਥੋੜੀਆਂ ਦੇ ਵਿੱਚ ਜਿਹੜੀ ਸਾਡੀ ਜੋੜੀ ਹੈ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਬਹੁਤ ਘੱਟ ਜੋੜੀਆਂ ਇਹੋ ਜਿਹੀਆਂ ਦੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਇੰਨੀਆਂ ਖੂਬਸੂਰਤ ਜੋੜੀਆਂ ਅਸੀਂ ਦੂਰਦਰਸ਼ਨ ਦੇ ਵਿਹੜੇ ਵਿੱਚ ਲੈ ਕੇ ਆਉਂਦੇ ਹਾਂ। ਤੇ ਜੇ ਮੈਂ ਮੈਡਮ ਵੱਲ ਆਉਣਾ ਚਾਹਾਂ, ਮੈਡਮ ਨੂੰ ਮੈਂ ਸਵਾਲ ਪੁੱਛਣਾ ਚਾਹਾਂਗਾ ਵੀ ਅਕਸਰ ਕੁੜੀਆਂ ਕੀ ਕਰਦੀਆਂ ਨੇ, ਵੀ ਸਰ ਨੇ ਕਿਹਾ ਵੀ ਬਹੁਤ ਸੁਚਾਰੂ ਕੁੜੀਆਂ ਚਾਹੀਦੀਆਂ ਨੇ, ਕਿ ਕੁੜੀਆਂ ਦਾ ਕੀ ਹੁੰਦਾ ਹੈ ਵੀ ਜੇ ਵਿਆਹ ਹੋ ਗਿਆ, ਬੱਚੇ ਹੋ ਗਏ, ਉਹ ਕੀ ਕਹਿਣਗੀਆਂ ਵੀ ਸਾਡੀ ਫੈਮਿਲੀ ਬਣ ਗਈ ਹੈ, ਹੁਣ ਆਪਾਂ ਵੱਖਰੇ ਹੋ ਜਾਈਏ। ਮਤਲਬ ਇੱਕ ਸੰਯੁਕਤ ਫੈਮਿਲੀ ਦੇ ਰੂਪ ਵਿੱਚ ਜਿੱਥੇ ਅਸੀਂ ਇਕੱਠੇ ਰਹਿੰਦੇ ਸੀ ਉੱਥੋਂ ਅਸੀਂ ਵੱਖ ਹੋ ਕੇ ਰਹਿਣਾ ਸ਼ੁਰੂ ਕਰ ਦਿੰਦੇ ਹਾਂ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਵੀ ਤੁਸੀਂ ਵੀ ਇੱਕ ਇਕੱਠੇ ਪਰਿਵਾਰ ਦੇ ਵਿੱਚ ਰਹੇ ਸ਼ੁਰੂ ਤੋਂ? ਹਾਂਜੀ ਜੀ। ਵੈਸੇ ਜਿਹੜਾ ਇਕੱਠੇ ਪਰਿਵਾਰ ਵਿੱਚ ਰਹਿਣਾ ਆ, ਬੰਦੇ ਨੂੰ ਜਿੱਦਾਂ ਕਹਿੰਦੇ ਹੁੰਦੇ ਇੱਕ ਦੂਜੇ ਦੀਆਂ ਬੁਰਾਈਆਂ ਜਿਹੜੀਆਂ, ਜੇ ਕੋਈ ਗਲਤ ਅਸੀਂ ਕੰਮ ਕਰਨਾ ਤਾਂ ਵੱਡਾ ਕੋਈ ਸਾਨੂੰ ਚੰਗਾ ਕੰਮ ਕਰਨ ਲਈ ਜੀ ਬਿਲਕੁਲ ਚੰਗੇ ਪਾਸੇ ਲਗਾਊਗਾ। ਜੇ ਆਪਾਂ ਅਲੱਗ-ਅਲੱਗ ਰਹਿੰਦੇ ਆ ਜੀ ਤੇ ਉਹ ਸਾਨੂੰ ਕੋਈ ਸਾਡਾ ਸਮਝੇ, ਅਸੀਂ ਆਪਣੇ ਮੀਆਂ ਬੀਬੀ ਦੋਨੇ ਜਿਹੜੇ ਲੜਾਈ ਝਗੜਾ ਕਰ ਲੈਂਦੇ, ਸਾਨੂੰ ਕੋਈ ਸਮਝੌਤਾ ਕਰਾਉਣ ਵਾਲਾ ਨਹੀਂ ਹੁੰਦਾ। ਤੇ ਜੇ ਆਪਾਂ ਪੂਰੇ ਪਰਿਵਾਰ ਵਿੱਚ ਰਹਿੰਦੇ ਆ
ਚਲੋ ਜੇ ਅਸੀਂ ਕੋਈ ਗਲਤੀ ਕੀਤੀ ਹੈ ਤਾਂ ਦੂਆ ਵੱਡਾ ਕੋਈ ਸਾਡੀ ਗਲਤੀ ਜਿਹੜੀ ਉਹ ਚਲੋ ਸੁਧਾਰ ਦੋਨਾਂ ਦੇ ਸਾਨੂੰ ਸਮਝੌਤਾ ਕਰਵਾਉਂਦਾ ਹੈ। ਜੀ ਇਸ ਕਰਕੇ ਮੈਂ ਤਾਂ ਇਹੀ ਕਹਾਂਗੀ ਜਿਹੜਾ ਫੈਮਲੀਆਂ ਜਿਹੜੀਆਂ ਇਕੱਠੀਆਂ ਰਹਿੰਦੀਆਂ ਉਹਦੇ ਵਿੱਚ ਹੀ ਫਾਇਦਾ ਆ। ਇਕੱਲੇ ਰਹਿ ਕੇ ਤਾਂ ਕਿਤੇ ਨਾ ਕਿਤੇ ਪਿਆਰ 'ਚ ਵੀ ਵਾਧਾ ਵਾ। ਹਾਂਜੀ ਹਾਂਜੀ ਜੀ ਤੇ ਇਹੀ ਗੱਲ ਹੈ ਤੁਹਾਡੇ ਤੋਂ ਅਸੀਂ ਪੁੱਛਣਾ ਚਾਹੁੰਦੇ ਹਾਂ, ਕਿਉਂਕਿ ਅੱਜ ਕੱਲ੍ਹ ਜਿਹੜੀਆਂ ਫੈਮਲੀਜ਼ ਬਹੁਤ ਟੁੱਟ ਰਹੀਆਂ ਨੇ, ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਜਿਹੜੀਆਂ ਟੁੱਟਦੀਆਂ ਜੋੜੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਸਭ ਤੋਂ ਵੱਡੀ ਗੱਲ ਹੈ ਕਿ ਵੀ ਪਹਿਲਾਂ ਤਾਂ ਇਹ ਹੈ ਕਿ ਵੀ ਉਹਦੀ ਇਸ ਰਿਸ਼ਤੇ ਦੀ ਅਹਿਮੀਅਤ ਨੂੰ ਪੂਰੀ ਤਰ੍ਹਾਂ ਉਸ ਨਾਲ ਨਹੀਂ ਸਮਝਦੇ, ਜੀ ਜਿਸ ਅਹਿਮੀਅਤ ਨਾਲ ਪਹਿਲਾਂ ਰਿਸ਼ਤੇ ਨੂੰ ਸਮਝਿਆ ਜਾਂਦਾ ਸੀ। ਜੀ ਉਹ ਕੱਚੇ ਧਾਗੇ ਵਾਲਾ ਸਿਸਟਮ ਤਾਂ ਖਤਮ ਹੀ ਹੋ ਗਿਆ। ਹੁਣ ਤਾਂ ਗੱਠਾਂ ਵੀ ਦੇ ਉਹ ਵੀ ਕੈਂਚੀ ਨਾਲ ਕੱਟਣ ਵਾਲੀ ਗੱਲ ਹੈ। ਪਹਿਲਾਂ ਤਾਂ ਉਸ ਰਿਸ਼ਤੇ ਨੂੰ ਨਹੀਂ ਸਮਝਦੇ। ਦੂਸਰਾ, ਕਿਉਂਕਿ ਪਰਿਵਾਰ ਅਲੱਗ-ਅਲੱਗ ਰਹਿਣ ਲੱਗ ਪਏ ਔਰ ਉਹਦੇ ਨਾਲ ਜਿਹੜਾ ਪਿਆਰ ਵੀ ਘਟਿਆ ਔਰ ਸਵਾਰਥ ਜਾਗਿਆ। ਜੀ ਔਰ ਉਹ ਸਵਾਰਥ ਦੀ ਜਿਹੜੇ ਕਾਰਨ ਹੈ ਕਿ ਅੱਜ ਪਤੀ ਪਤਨੀ ਦੀ ਜਿਹੜੀ ਹੈ ਨਵੀਂ ਜਿਹੜੀ ਜ਼ਿੰਦਗੀ ਹੈ ਆਪਣੀ ਜਿਹੜੀ ਲਾਈਨ ਤੇ ਚੜ੍ਹ ਨਹੀਂ ਰਹੀ। ਜੀ 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 ਔਰ ਜਿੱਥੇ ਪਹਿਲਾਂ ਹੁੰਦਾ ਸੀ ਕਿ ਵੀ ਅਸੀਂ ਪੜ੍ਹਦੇ ਵੀ ਹੁੰਦੇ ਸੀ ਤੇ ਉਹਦੇ 'ਚ ਕਵਿਤਾਵਾਂ ਵੀ ਬੁੱਲੇ ਸ਼ਾਹ ਦੀਆਂ ਹੁੰਦੀਆਂ ਸੀ ਜਾਂ ਹੋਰ ਕਾਫੀ ਵਿੱਚ ਦੱਸਦੇ ਸੀ। ਜੀ ਜੀ ਤੇ ਉਹਦੇ 'ਚ ਇਹ ਕਹਿੰਦੇ ਸੀ ਕਿ ਵੀ ਇੱਕ ਕੁੜੀ ਆਪਣੇ ਮਾਪਿਆਂ ਨੂੰ ਕਹਿੰਦੀ ਕਿ ਬਾਬਲਾ ਮੈਨੂੰ ਉਸ ਘਰ ਦੇਈਂ ਜਿੱਥੇ ਇੰਨੀਆਂ ਮੱਝਾਂ ਹੋਣ, ਜਿੱਥੇ ਉਹਦਾ ਮੈਂ ਸਾਰਾ ਦਿਨ ਉਹਦਾ ਗੋਹਾ ਕੂੜਾ ਕਰਦੀ ਰਹਾਂ, ਮੈਂ ਉਹਦਾ ਦੁੱਧ ਦਹੀਂ ਉਹ ਕਰਦੀ ਰਹਾਂ, ਮੈਂ ਰਿੜਕਦੀ ਰਹਾਂ, ਮੈਂ ਉਹਦਾ ਐਡਾ ਬੜਾ ਪਰਿਵਾਰ ਹੋਵੇ ਕਿ ਮੈਂ ਉਹਦੀ ਚੱਕੀ ਚਲਾਉਂਦੀ ਰਹਾਂ, ਸਾਰਿਆਂ ਨੂੰ ਆਪ ਵਰਤੀ ਬਿਲਕੁਲ ਔਰ ਉੱਥੇ ਇਦਾਂ ਦਾ ਪਰਿਵਾਰ ਹੋਵੇ, ਉੱਥੇ ਆਉਣਾ ਜਾਣੀ ਭਾਵ ਮਹਿਮਾਨਾਂ ਦਾ ਆਉਣਾ ਜਾਣਾ ਰਹੇ, ਜੀ ਤਾਂ ਕਿ ਵੀ ਉਹਦਾ ਮਤਲਬ ਇਹ ਸੀ ਕਿ ਵੀ ਪਰਿਵਾਰ ਜਿਹੜਾ ਦੂਸਰਿਆਂ ਦੇ ਪ੍ਰਤੀ ਸ਼ਰਧਾ ਰੱਖਦਾ, ਮਿਲਣ ਤਾਂ ਉਹਦੇ ਹੀ ਘਰ ਆਏਗਾ। ਸੋ ਐਸੀ ਉਹ ਪਹਿਲਾਂ ਇੱਕ ਬਾਬਲ ਨੂੰ ਆਪਣੀ ਧੀ ਦੇ ਰੂਪ ਦੇ ਵਿੱਚ, ਔਰ ਅੱਜ ਦੀ ਡੇਟ 'ਚ ਤਾਂ ਪਹਿਲਾਂ ਹੀ ਉਹ ਪੁੱਛਦੇ ਆ ਕਿ ਵੀ ਮੈਂਬਰ ਕਿੰਨੇ ਨੇ ਤੇ ਕਿੱਥੇ ਰਹਿਣਾ ਹੈ ਤੇ ਇਹਦੇ ਲਈ ਵੱਖਰਾ ਘਰ ਜਿਹੜਾ ਆ। ਜੀ ਉਸ ਕਰਕੇ ਥੋੜਾ ਜਿਹਾ ਜਿਹੜਾ ਔਰ ਇਹ ਅੱਜ ਜਿਹੜੇ ਆ ਉਹਦੇ 'ਚ ਮੈਂ ਇਹ ਕਹਿ ਸਕਦਾ ਕਿ ਸਾਡਾ ਸਿਸਟਮ ਵੀ ਜਿਹੜਾ ਹੈ ਨਾ ਉਹ ਵੀ ਥੋੜਾ ਜਿਹਾ ਇਹਨੂੰ ਸੁਧਾਰਨ ਦੀ ਲੋੜ ਹੈ। ਜੀ 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 ਚਾਹੇ ਉਹ ਸਰਕਾਰੀ ਤੰਤਰ ਵੱਲੋਂ ਵੀ ਹੈ ਤੇ ਚਾਹੇ ਉਹ ਸਮਾਜਿਕ ਤੰਤਰ ਵੱਲੋਂ ਵੀ ਹੈ। ਜੀ ਅੱਜ ਜਿਹੜਾ ਮਾਂ-ਬਾਪ ਨੂੰ ਵੀ ਸਮਝਾਉਣਾ ਚਾਹੀਦਾ ਕਿ ਕੁੜੀ ਨੂੰ ਘਰ ਜਾ ਕੇ ਆਪਣੇ ਮਾਪਿਆਂ ਦੇ ਕਰਮ ਕਰਨੇ। ਬਹੁਤ ਸਾਰੀਆਂ ਦੇ ਸਮੱਸਿਆਵਾਂ, ਕਿਉਂਕਿ ਮੈਂ ਰਾਜਨੀਤਿਕ ਜੀਵਨ 'ਚ ਰਹਿਣਾ ਔਰ ਜੇ ਸਾਡੇ ਕੋਲ 8 ਕੋਈ ਕੰਮ ਕੇਸ ਆਉਂਦੇ ਆ ਤਾਂ ਮੰਨ ਲਓ 10 ਕੇਸ ਆਉਂਦੇ ਤਾਂ ਉਹਦੇ 'ਚ 8 ਜਿਹੜੇ ਉਹ ਫੈਮਿਲੀ ਡਿਸਪਿਊਟ ਔਰ ਜਿਹੜੇ ਵੀ ਆਉਂਦੇ ਆ ਮਾਪੇ ਆਣ ਕੇ ਇਹੀ ਕਹਿੰਦੇ ਜੀ ਦੇਖੋ ਜੀ ਸਾਡੀ ਕੁੜੀ ਨੂੰ ਤਾਂ ਕਹਿੰਦੇ ਕੰਮਕਾਰ ਭਾਂਡੇ ਮਾਂਜਣ ਨੂੰ ਰੱਖੀ ਹੈ, ਜੇ ਕੰਨ ਵੱਖ ਰੱਖੀ ਹੈ। ਜੀ ਯਾਨੀ ਉਹ ਘਰ ਸੰਭਾਲਣ ਦੀ ਅਸੀਂ ਸਿੱਖਿਆ ਨਹੀਂ ਦਿੰਦੇ, ਅਸੀਂ ਹੋਰ ਪਾਸੇ ਨੂੰ ਤੁਰਦੇ, ਜਿਹਦਾ ਕਰਕੇ ਅੱਜ ਨੁਕਸਾਨ ਵੀ ਹੋ ਰਿਹਾ। ਜੀ ਜੀ ਔਰ ਸਾਨੂੰ ਜਿੱਥੇ ਉਸ ਜਿਹੜੇ ਆਪਣੀ ਫਰਜ਼ ਨੂੰ ਸਮਝਾਉਣਾ ਚਾਹੀਦਾ, ਉਸ ਜਿਹੜਾ ਪੁਰਾਣਾ ਵਿਰਸਾ ਆ ਜੀ ਜੀ ਉਹਦੇ 'ਚ ਕਿਤੇ ਨਾ ਕਿਤੇ ਇਸ ਪੱਖੋਂ ਜਾਨ ਸੀਗੀ ਜਿਹਨੇ ਅੱਜ ਸਮਾਜ ਨੂੰ, ਜਿਸ ਕੁੜੀ ਨੂੰ ਦੇਖਿਆ ਵੀ ਨਹੀਂ ਹੁੰਦਾ ਸੀ, ਮੁੰਡੇ ਨੇ ਕੁੜੀ ਨੂੰ ਨਹੀਂ ਸੀ ਦੇਖਿਆ ਹੁੰਦਾ ਤੇ ਉਹ ਪੂਰਾ ਜੀਵਨ ਜੀ ਦਿੰਦੇ ਸੀ। ਅੱਜ ਉਹ ਪਹਿਲਾਂ ਹੀ ਜਾਣਨ ਦੇ, ਜਿਹੜਾ ਪਹਿਲਾਂ ਕਦੀ ਇਸ ਗੱਲੋਂ ਮਜ਼ਾਕ ਉਡਾਇਆ ਜਾਂਦਾ ਸੀ, ਅੱਜ ਉਹ ਸਾਰਾ ਮਜ਼ਾਕ ਵੀ ਖਤਮ ਹੋ ਗਿਆ। ਪਰ ਉਹ 10 ਦਿਨ ਨਹੀਂ ਘੱਟ ਹੁੰਦੇ, ਕੋਈ 15 ਦਿਨ ਬਾਅਦ, ਕੋਈ ਮਹੀਨੇ ਬਾਅਦ, ਕੋਈ 2 ਮਹੀਨੇ, ਔਰ ਇਦਾਂ ਦੇ ਕੇਸ ਤਾਂ ਬਹੁਤ ਆ ਜਿਹੜੇ ਸਾਲ ਪੂਰੇ ਨਹੀਂ ਹੋਏ, ਸਾਲ ਵੀ ਨਹੀਂ ਪੂਰਾ ਕੀਤਾ। ਜੀ ਇਹੀ ਸਵਾਲ ਮੈਂ ਤੁਹਾਨੂੰ ਕਰਨਾ ਚਾਹੁੰਦੀ ਹਾਂ ਕਿ ਉਹ ਪੁਰਾਣਾ ਸਮਾਂ ਸਹੀ ਸੀ ਜਦੋਂ ਆਪਾਂ ਬਿਨਾਂ ਦੇਖੇ ਜਿਹੜੇ ਵਿਆਹ ਹੁੰਦੇ ਸੀ, ਜਾਂ ਫਿਰ ਹੁਣ ਵਾਲਾ ਸਮਾਂ ਸਹੀ ਹੈ? ਕੀ ਕਹਿਣਾ ਚਾਹੋਗੇ? ਗੱਲਾਂ ਤਾਂ ਦੋਨਾਂ ਪੱਖਾਂ ਨੂੰ ਜਾਂਦੀਆਂ ਜੀ, ਪਰ ਜਿਹੜਾ ਸਿਸਟਮ ਹੈ ਉਹ ਗੱਲ ਹੈਗੀ ਮਨ ਨੂੰ ਸਮਝਾਉਣ ਦੀ। ਜੀ ਬਿਲਕੁਲ। ਇਹ ਕਿਸੇ ਵੀ ਸਮੱਸਿਆ ਦਾ ਸਮਾਧਾਨ ਕਿਸੇ ਤੀਸਰੇ ਕੋਲ ਨਹੀਂ, ਤੁਹਾਡੇ ਅੰਦਰੋਂ ਨਿਕਲਦਾ ਹੈ ਜੀ ਕਿ ਵੀ ਮੈਂ ਇਹ ਮੇਰੇ ਮੋਰੇ ਸਮੱਸਿਆ, ਇਹਦਾ ਕੀ ਸਮਾਧਾਨ ਹੈ। ਔਰ ਜਦੋਂ ਤੁਹਾਡਾ ਮਨ ਕਹਿੰਦਾ ਕਿ ਨਹੀਂ ਇਹ ਸਮਝ ਲਓ ਕਿ ਮੈਨੂੰ ਇਹ ਜਿਹੜੀ ਦੇਤੀ ਹੈ, ਚਾਹੇ ਰੱਬ ਦਾ ਆਸ਼ੀਰਵਾਦ ਦੇ ਕੇ ਰੂਪ ਚ ਕਹਿ ਲਓ ਜਾਂ ਕਿਸੇ ਤਰੀਕੇ ਨਾਲ, ਜੀ ਅੱਜ ਜੇ ਅਸੀਂ ਮੰਨ ਲਓ ਕਿ ਸਾਡਾ ਵਿਆਹ ਹੋਇਆ, ਅਸੀਂ ਕਿਸੇ ਨੂੰ ਦੇਖਿਆ ਨਹੀਂ ਸੀਗਾ, ਇੱਕਦਮ ਆਏ ਬੈਠੇ, ਉਹ ਹੋਇਆ 15 ਦਿਨਾਂ ਦੇ ਵਿੱਚ ਵਿਆਹ ਕਰ ਲਿਆ, ਅੱਜ ਜਿਹੜੇ 27 ਸਾਲ ਹੋ ਗਏ ਜੀ। ਔਰ ਇੱਕ ਦੂਸਰੇ ਨੂੰ ਸਮਝਣ, ਕਿਉਂਕਿ ਇਹਦੇ ਕੋਲ ਸਿੱਖਿਆ ਸੀ, ਇਹਦੇ ਮਾਂ-ਬਾਪ ਨੇ ਵੀ ਘਰ ਦਾ ਕੰਮ ਸੰਭਾਲਣਾ ਤੂੰ ਹੈ ਜੀ, ਤੇ ਮੈਨੂੰ ਕੋਈ ਸਿੱਖਿਆ ਸੀ ਕਿ ਵੀ ਭਾਈ ਤੇਰੀ ਡਿਊਟੀ ਹੈ ਕਿ ਆਪਣੀ ਪਤਨੀ ਦੇ ਪ੍ਰਤੀ ਤੂੰ ਵੀ ਰੱਖਣਾ, ਤੇਰੀ ਡਿਊਟੀ ਹੈ ਸਮਾਜ ਦੇ ਵਿੱਚ, ਤੇਰੀ ਇਹ ਫਰਜ਼ ਨੇ ਮਾਂ-ਬਾਪ ਨੂੰ ਏਦਾਂ ਰੱਖਣਾ ਔਰ ਜਿਹੜੀ ਆਪਣੀ ਘਰਵਾਲੀ ਨੂੰ ਇਸ ਤਰ੍ਹਾਂ ਰੱਖਣਾ ਜੀ। ਸੋ ਇਹ ਜਿਹੜਾ ਸਿੱਖਿਆ ਸੀਗੀ, ਔਰ ਅੱਜ ਜਿਹੜੀ ਸਾਡੀ ਸਿੱਖਿਆ ਪ੍ਰਣਾਲੀ ਵੀ ਹੈ ਜੀ, ਉਹ ਵੀ ਸਾਡੀ ਜਿਹੜੀ ਬੜੀ ਕਮਜ਼ੋਰ ਹੋ ਗਈ ਹੈ ਜੀ। ਕਿਉਂਕਿ ਸਿੱਖਿਆ ਪਹਿਲਾਂ ਸਮਾਜਿਕ ਸਿੱਖਿਆ ਸਾਡੇ ਦਾਦਾ ਦਾਦੀ ਕਹਾਣੀਆਂ ਦੇ ਰੂਪ ਚ ਸਮਝਾਉਂਦੇ ਸੀ, ਅੱਜ ਜਿਹੜੀ ਕਹਾਣੀਆਂ ਖਤਮ ਹੋ ਗਈਆਂ, ਗੁਰੂਕੁਲ ਖਤਮ ਹੋ ਗਏ, ਜਿਹੜੀ ਧਾਰਮਿਕ ਭਾਵਨਾਵਾਂ ਖਤਮ ਹੋ ਗਈਆਂ,
ਔਰ ਅੱਜ ਸਿਰਫ ਅਸੀਂ ਜਿਹੜੀ ਸਿੱਖਿਆ ਜਿਹੜੀ ਹੈ ਸਕੂਲੀ ਸਿੱਖਿਆ ਦੇ ਉੱਤੇ ਨਿਰਭਰ ਹੈ ਜੀ। ਔਰ ਸਕੂਲ ਦੇ ਵਿੱਚ ਕਿਸੇ ਵੀ ਸਕੂਲ ਦੇ ਵਿੱਚ ਕੋਈ ਸਬਜੈਕਟ ਨਹੀਂ ਪੜਾਇਆ ਜਾਂਦਾ ਜਿਹਦੇ ਵਿੱਚ ਪਤੀ ਪਤਨੀ ਨੇ ਮਿਲ ਕੇ ਕਿਸ ਤਰ੍ਹਾਂ ਰਹਿਣਾ ਇਹ ਦੱਸਿਆ ਜਾਵੇ। ਸਕੂਲ ਕਾਲਜ ਦੇ ਵਿੱਚ ਇਹ ਤਾਂ ਪੜਾਇਆ ਜਾਂਦਾ ਕਿ ਜੇ ਪਤੀ ਨੇ ਤੈਨੂੰ ਐਦਾਂ ਘੂਰਿਆ ਤੇ ਧਾਰਾ ਕਿਹੜੀ ਲੱਗਣੀ ਹੈ, ਤੇ ਵੱਡੇ ਭਰਾ ਨੇ ਛੋਟੇ ਨੂੰ ਇਸ ਤਰ੍ਹਾਂ ਦੇਖਿਆ ਤੇ ਧਾਰਾ ਕਿਹੜੀ ਲੱਗਣੀ ਹੈ। ਪਰ ਵੱਡੇ ਭਰਾ ਦੇ ਛੋਟੇ ਪ੍ਰਤੀ ਦੇ ਕੀ ਉਹਦੇ ਫਰਜ਼ ਹੋਣੇ ਚਾਹੀਦੇ ਆ, ਛੋਟੇ ਦੇ ਵੱਡੇ ਪ੍ਰਤੀ ਕੀ ਸਤਿਕਾਰ ਦੀ ਉਹਦੀ ਭਾਵਨਾ ਉਹਦੇ ਚ ਹੋਣੀਆਂ ਚਾਹੀਦੀਆਂ, ਇਹ ਕਿਸੇ ਕਲਾਸ 'ਚ ਨਹੀਂ ਪੜਾਇਆ ਜਾਂਦਾ। ਮਤਲਬ ਕਿਤੇ ਨਾ ਕਿਤੇ ਅਸੀਂ ਇਸ ਪਿਆਰ ਦੀ ਡੋਰ ਨੂੰ ਹੋਰ ਗੂੜਾ ਕਰਨ ਦੀ ਬਜਾਏ, ਰੰਗ ਨੂੰ ਹੋਰ ਗੂੜਾ ਕਰਨ ਦੀ ਬਜਾਏ ਖੁਦ ਹੀ ਫਿੱਕਾ ਪਾ ਰਹੇ ਹਾਂ। ਅੱਜ ਮੈਂ ਅਨਪੜ੍ਹ ਜ਼ਰੂਰ ਹੈਗਾ, ਮਤਲਬ ਮੈਂ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ, ਪਰ ਮੇਰੀ ਜਿਹੜੀ ਸਿੱਖਿਆ ਦੀਕਸ਼ਾ ਜਿਹੜੀ ਆ ਉਹ ਸਮਾਜਿਕ ਦ੍ਰਿਸ਼ਟੀ ਨਾਲ ਹੋਈ ਆ। ਮੈਨੂੰ ਇਹ ਦੱਸਿਆ ਗਿਆ ਕਿ ਮੇਰਾ ਵੱਡਾ ਭਰਾ ਜਿਹੜਾ ਆ ਉਹ ਮੇਰੇ ਬਾਪ ਤੋਂ ਬਾਅਦ ਮੇਰੀ ਬਾਪ ਦੀ ਜਗ੍ਹਾ ਤੇ ਹੈ ਜੀ। ਔਰ ਜਦੋਂ ਮੈਨੂੰ ਇਹ ਸਮਝਾਇਆ ਗਿਆ ਤੇ ਮੈਂ ਅੱਜ ਉਹਨੇ ਵੀ ਆਪਣਾ ਫਰਜ਼ ਦਿੱਤਾ ਕਿ ਵੀ ਜਿਹੜਾ ਛੋਟਾ ਭਰਾ ਆ ਉਹ ਤੇਰਾ ਜਿਹੜੇ ਬੱਚਿਆਂ ਦੇ ਸਮਾਨ। ਔਰ ਅੱਜ ਵੀ ਜਦੋਂ ਮੈਂ ਸ਼ੁਰੂ 'ਚ ਇਹ ਗੱਲ ਕਹੀ ਕਿ ਅਗਰ ਮੈਂ ਕਿਸੇ ਨੂੰ ਕਹਾਂ ਕਿ ਮੈਂ ਰੱਬ ਨੂੰ ਦੇਖਿਆ ਤੇ ਉਹਦੇ ਰੂਪ 'ਚ ਮੈਂ ਭਰਾ ਨੂੰ, ਔਰ ਇਹ ਕਿਤੇ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਉਹ ਨਹੀਂ ਮਿਲ ਸਕਦਾ ਜੀ। ਸੋ ਇਹ ਸਿੱਖਿਆ ਦੀਕਸ਼ਾ ਜਿਹੜੀ ਸਾਡੀ ਸਮਾਜਿਕ ਪ੍ਰਣਾਲੀ ਆ ਉਹਨੂੰ ਠੀਕ ਕਰਨ ਦੀ ਵੀ ਲੋੜ ਹੈ। ਤੁਸੀਂ ਗੱਲ ਕਰ ਰਹੇ ਸੀ ਵੀ ਜਿਸ ਤਰ੍ਹਾਂ ਸਾਡੇ ਕੋਲ ਕਈ ਲੋਕੀ ਆਉਂਦੇ ਨੇ, 10 ਕੇਸ ਹੋਣ, 8 ਕੇਸ ਮੈਟ੍ਰੀਮੋਨੀਅਲ ਡਿਸਪਿਊਟ ਹੁੰਦੇ ਨੇ। ਇੱਕ ਨੇਤਾ ਹੁੰਦਾ ਹੈ, ਨੇਤਾ ਜਦੋਂ ਇਲੈਕਸ਼ਨ ਦੇ ਵਿੱਚ ਆਉਂਦਾ ਹੈ ਉਸ ਤੋਂ ਪਹਿਲਾਂ ਉਸਦੇ ਕਈ ਲੋਕਾਂ ਦੇ ਨਾਲ ਵਾਅਦੇ ਕਰਦਾ ਹੈ ਵੀ ਮੈਂ ਤੁਹਾਡੇ ਲਈ ਇਹ ਕੰਮ ਕਰਾਂਗਾ, ਮੈਂ ਤੁਹਾਡੇ ਲਈ ਉਹ ਕੰਮ ਕਰਾਂਗਾ। ਮੈਂ ਜਾਣਨਾ ਚਾਹੁੰਦਾ ਤੁਸੀਂ ਇੱਕ ਕੁਰਸੀ ਤੇ, ਇੱਕ ਅਹੁਦੇ ਤੇ ਇਸ ਵਕਤ ਪਹੁੰਚ ਚੁੱਕੇ ਹੋ, ਤੁਸੀਂ MP ਹੋ ਤੇ ਇੱਕ MP ਦੇ ਸਿਰ ਤੇ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਹਨ ਤੇ ਤੁਹਾਡੇ ਆਪਣੇ ਇਸ ਪੋਸਟ ਦੇ ਉੱਤੇ ਪਹੁੰਚ ਕੇ ਕੀ ਟੀਚੇ ਹਨ ਵੀ ਤੁਸੀਂ ਕੱਲ ਨੂੰ ਤੁਸੀਂ ਕੀ ਕੰਮ ਕਰਨੇ ਨੇ? ਦੇਖੋ, ਇੱਕ MP ਦਾ ਜਿਹੜਾ ਕੰਮ ਹੁੰਦਾ ਹੈ ਜੀ ਉਹ ਪਾਲਿਸੀ ਨਿਰਧਾਰਿਤ ਕਰਨਾ। ਮੰਨ ਲਓ ਇੱਕ ਜਾ ਕੇ ਦੇਸ਼ ਦੇ ਲਈ ਕਿ ਅਸੀਂ ਜੇ ਪਾਲਿਸੀਆਂ ਹੋਣੀ ਚਾਹੀਦੀਆਂ ਔਰ ਲੋਕਾਂ ਨੂੰ ਕਿਸ ਤਰ੍ਹਾਂ ਦੀ ਲੋੜ ਆ ਉਹਦੇ ਲਈ ਆਪਾਂ ਉਹਦੇ ਤੇ ਕੰਮ ਕਰਨਾ ਹੈ। ਫਾਰ ਐਗਜ਼ਾਮਪਲ ਸਾਡੇ ਮੰਨ ਲਓ ਮੈਂ ਕਹਾਂਗਾ ਕਿ ਹੁਸ਼ਿਆਰਪੁਰ ਹਲਕੇ ਤੋਂ ਮੈਂ MP ਆ, ਇੱਥੇ ਇੱਕ ਵੱਡਾ ਉਦਯੋਗ ਲਗਾਉਣਾ ਚਾਹੀਦਾ, ਇਹਦੀ ਚਿੰਤਾ ਕਰਨੀ ਚਾਹੀਦੀ ਹੈ। ਰੇਲਵੇ ਦੀ ਜਿਹੜੀ ਹੈ ਇੱਥੋਂ ਟਰੈਕ ਜਿਹੜਾ ਇੰਨਾ ਵਧੀਆ ਹੋਣਾ ਚਾਹੀਦਾ। ਇਸ ਤੋਂ ਜਾਣੀ ਦਸੂਏ ਤੋਂ ਮੈਂ ਕਿਹਾ ਸੀ ਪ੍ਰੋਮਿਸ ਜਿੱਦਾਂ ਐਗਜ਼ਾਮਪਲ ਦੇ ਤੌਰ ਤੇ ਰੋਪੜ ਨੂੰ ਜੋੜਿਆ ਜਾਵੇ, ਐਸੀਆਂ ਹੋਣੀਆਂ ਚਾਹੀਦੀਆਂ। ਪਰ ਉਹਦੇ ਲਈ ਸਮੇਂ ਸਾਡਾ ਧਿਆਨ ਉਧਰ ਹੋਣਾ ਚਾਹੀਦਾ। ਪਰ ਅੱਜ ਦੀ ਡੇਟ ਦੇ ਵਿੱਚ ਲੋਕ ਜਿਹੜੇ ਆ ਸਾਡੇ ਕੋਲੋਂ ਕੀ ਅਪੇକ୍ଷା ਕਰਦੇ ਆ, ਉਹ ਅਪੇକ୍ଷା ਇਹ ਤਾਂ ਕਹਿੰਦੇ ਆ ਕਿ ਵੀ ਅਸੀਂ ਆਹ ਕਹਿ ਦਿੱਤਾ ਤੇ ਕੰਮ ਹੋ ਜਾਣਾ ਚਾਹੀਦਾ, ਪਰ ਉਹਦੇ ਲਈ ਟਾਈਮ ਮੈਨੂੰ ਕਿੰਨਾ ਚਾਹੀਦਾ, ਉਹਦੇ ਤੇ ਮੈਨੂੰ ਮੰਨ ਲਓ ਕਿ ਪ੍ਰੋਜੈਕਟ ਨੂੰ ਕੀ ਟਾਈਮ 'ਚ ਉਹ ਦੇਣ ਨੂੰ ਤਿਆਰ ਨਹੀਂ। ਔਰ ਸਭ ਤੋਂ ਵੱਡੀ ਗੱਲ ਆ, ਸਭ ਤੋਂ ਵੱਡਾ ਜਿਹੜੇ ਆ ਸਾਡੀ ਜਿਹੜੀ ਲੋੜ ਨਹੀਂ ਹੁੰਦੀ, ਸਾਰੇ ਲੋਕ ਅਪੇକ୍ଷା ਇਹ ਕਰਦੇ ਆ ਕਿ ਵੀ ਮੈਨੂੰ ਥਾਣੇ ਦੇ ਵਿੱਚ ਮੇਰੀ ਅਪਰੋਚ ਮੰਨ ਲਓ ਕੇਸ ਝਗੜਾ ਚੱਲਦਾ, ਮੇਰੀ ਅਪਰੋਚ ਹੈ, ਮੇਰਾ ਸਕੂਟਰ ਰਾਹ 'ਚ ਬੰਦਾ ਤੁਰਿਆ ਜਾਂਦਾ ਫੜ ਲਿਆ ਪੁਲਿਸ ਵਾਲੇ ਨੇ, ਹੈਲਮਟ ਨਹੀਂ ਹੈ, ਉਹ ਫੋਨ ਕਰਦਾ ਕਿ ਲਓ ਜੀ MP ਨਾਲ ਗੱਲ ਕਰ ਲਓ। ਮੰਨ ਲਓ ਪਹਿਲਾਂ ਜਦੋਂ ਦੂਸਰੇ ਤੌਰ ਤੇ ਸੀ, ਅੱਜ ਉਹ ਇੰਨੀ ਨੇੜਤਾ ਆਪਣੇ ਆਪ ਨੂੰ ਨੇੜੇ ਸਮਝਦਾ। ਪਰ ਜਿਹੜੀ ਮੇਰੀ ਡਿਊਟੀ ਆ ਉਹ ਡਿਊਟੀ ਆ ਕਿ ਪਾਲਿਸੀ ਦੇ ਉੱਤੇ ਕੰਮ ਕਰਨਾ ਚਾਹੀਦਾ। ਉਹਦੇ ਲਈ ਮੇਰੀ ਡਿਊਟੀ ਤੋਂ ਮਤਲਬ ਮੈਂ ਸਾਰੇ MPਆਂ ਵੱਲੋਂ ਗੱਲ ਕਰਦਾ ਕਿ ਜਿੰਨਾ ਕੁ ਉਹਨਾਂ ਵੱਲੋਂ ਹੋਣਾ ਚਾਹੀਦਾ ਆ ਉਹਨਾਂ ਨੂੰ ਸਮੇਂ ਮਿਲ ਨਹੀਂ ਰਿਹਾ। ਜ਼ਿਆਦਾ ਸਮਾਂ ਉਹਦਾ ਜਿਹੜਾ ਆ ਉਹ ਐਸੇ ਕੰਮਾਂ ਦੇ ਵਿੱਚ ਨਿਕਲ ਰਿਹਾ ਜਿਹੜੀ ਉਹਦੀ ਨੈਸੈਸਿਟੀ ਨਹੀਂ ਹੋਣੀ ਚਾਹੀਦੀ। ਪਰ ਲੋਕ ਦੀਆਂ ਅਪੇक्षाਵਾਂ ਸਾਰੀਆਂ ਨੂੰ ਪੂਰੀਆਂ ਕਰਨਾ ਪੈ ਗਿਆ, ਔਰ ਜੇ ਤਾਂ ਕਿ ਨਹੀਂ ਹੈ ਤਾਂ ਫਿਰ ਅਗਲੇ ਕਹਿੰਦੇ ਫਿਰ 5 ਸਾਲ ਬਾਅਦ। ਜੀ ਆਪਾਂ ਮੈਡਮ ਵੱਲ ਹੀ ਆਨੇ ਆ, ਜਿਵੇਂ ਦੱਸਿਆ ਸਰ ਨੇ ਕਿ ਬਾਹਰਲੇ ਕੰਮਾਂ ਵੱਲ ਬਹੁਤ ਇਹ ਪ੍ਰਾਇੋਰਟੀ ਦਿੰਦੇ ਆ। ਤੇ ਜੇ ਆਪਾਂ ਗੱਲ ਕਰੀਏ ਕਿ ਜੇ ਘਰ ਦਾ ਕੋਈ ਪ੍ਰੋਗਰਾਮ ਹੋਵੇ, ਕੋਈ ਫੰਕਸ਼ਨ ਹੋਵੇ, ਕੋਈ ਬਰਥਡੇ ਪਾਰਟੀ ਹੋਵੇ ਜਾਂ ਫਿਰ ਘਰ ਦਾ ਬਹੁਤ ਜ਼ਰੂਰੀ ਕੰਮ ਹੋਵੇ, ਤੇ ਫਿਰ ਜੇ ਇੱਕ ਪਾਸੇ ਬਾਹਰਲਾ ਵੀ ਕੰਮ ਦਿਖਦਾ ਹੋਵੇ ਸਰ ਨੂੰ, ਤੇ ਫਿਰ ਸਰ ਕਿਹਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਆ, ਘਰ ਦੇ ਨੂੰ ਜਾਂ ਫਿਰ ਬਾਹਰਲੇ ਕੰਮ? ਦੋਨਾਂ ਨੂੰ ਵੀ, ਘਰਦਿਆਂ ਨੂੰ ਵੀ ਤੇ ਬਾਹਰਲਿਆਂ ਨੂੰ ਵੀ ਜੀ, ਮਤਲਬ ਬੈਲੈਂਸ ਰੱਖਦੇ ਨੇ। ਹਾਂਜੀ ਜੀ, ਬਾਹਰਲੇ ਵੀ ਨਿਭਾਉਣੇ ਆ ਤੇ ਘਰ ਦੀਆਂ ਵੀ ਜਿਹੜੀਆਂ ਡਿਊਟੀਆਂ ਉਹ ਵੀ ਨਿਭਾਉਣੀਆਂ। ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿ ਘਰ ਦਾ ਬਹੁਤ ਹੀ ਜ਼ਰੂਰੀ ਕੰਮ ਹੋਵੇ ਤੇ ਸਰ ਕਿਤੇ ਬਾਹਰ ਫਸੇ ਹੋਣ, ਜਿਸ ਤਰ੍ਹਾਂ ਅੱਜ ਹੋਇਆ? ਕਦੀ ਗੁੱਸਾ ਆਇਆ ਹੋਵੇ? ਗੁੱਸਾ ਉਦੋਂ ਤਾਂ ਆਉਂਦਾ ਹੈ, ਪਰ ਬਾਅਦ ਵਿੱਚ ਫਿਰ ਤਾਂ ਆ ਜਾਂਦੇ, ਫਿਰ ਚਲੋ ਲੇਟ ਹੀ ਆਉਂਦੇ ਆ, ਫਿਰ ਆਪਣੇ ਆਪ ਗੁੱਸਾ ਠੰਡਾ ਹੋ ਜਾਂਦਾ। ਤੇ ਅਸੀਂ ਹੁਣ ਚਾਹਾਂਗੇ ਵੀ ਜਾਂਦੇ ਜਾਂਦੇ ਤੁਸੀਂ ਇਸ ਪ੍ਰੋਗਰਾਮ ਵਿੱਚ ਆਏ ਹੋ, ਜੋੜੀਆਂ ਜਾਂ ਥੋੜੀਆਂ ਵਿੱਚ ਅੱਜ ਦੀਆਂ ਜੋੜੀਆਂ ਨੂੰ ਕੋਈ ਮਿੱਠਾ ਜਾਂ ਇੱਕ ਸੋਹਣਾ ਜਿਹਾ ਸੰਦੇਸ਼ ਜ਼ਰੂਰ ਦੇ ਕੇ ਜਾਓ। ਜੀ, ਦੋਨਾਂ ਵੱਲੋਂ ਇੱਕ ਸੰਦੇਸ਼ ਅਸੀਂ ਲੈਣਾ ਚਾਹਾਂਗੇ। ਬਸ ਮੈਂ ਤਾਂ ਇਹੀ ਕਹਾਂਗਾ ਕਿ ਵੀ ਜਿਹੜਾ ਵਿਆਹ ਦਾ ਬੰਧਨ ਹੈ ਜੀ, ਇਹ ਬਹੁਤ ਜਿਹੜਾ ਸੈਂਸਿਟਿਵ ਵੀ ਹੁੰਦਾ ਹੈ ਜੀ ਜੀ ਜੀ, ਜਿਹਨੂੰ ਸੈਂਸਿਟਿਵ ਨੂੰ ਹੀ ਅਸੀਂ ਕਹਿ ਸਕਦੇ ਹਾਂ ਕੱਚੇ ਧਾਗੇ ਦਾ ਜਿਹੜਾ ਬੰਧਨ ਹੈ ਜੀ, ਬਿਲਕੁਲ। ਪਰ ਇਹਦੇ ਪ੍ਰਤੀ ਜਿਹੜੀ ਸਾਡੀ ਫਰਜ਼ ਹੈ ਨਾ, ਉਹਦੇ ਵੱਲ ਸਾਡਾ ਜ਼ਰੂਰੀ ਧਿਆਨ ਦੇਣਾ ਜੀ। ਸਾਨੂੰ ਇਹ ਵੀ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਿ ਵੀ ਘਰ 'ਚ ਕੀ ਲੋੜ ਹੈ
ਜੀ ਜੀ ਉਹਨੂੰ ਵੀ ਪੂਰਾ ਕਰਨਾ ਹੈ, ਪਰ ਉਹਦੀ ਅਹਿਮੀਅਤ ਨੂੰ ਵੀ ਸਮਝਣਾ ਚਾਹੀਦਾ ਹੈ। ਔਰ ਖਾਸ ਕਰਕੇ ਜਿਹੜੀ ਅੱਜ ਦੀ ਨਵੀਂ ਪੀੜ੍ਹੀ ਹੈ, ਜਿਹਨੇ ਅੱਜ ਸ਼ਾਇਦ ਪੈਸੇ ਦੀ ਦੌੜ ਦੇ ਵਿੱਚ ਬਹੁਤ ਅੱਗੇ ਜਾਣਾ ਚਾਹੁੰਦੀ ਹੈ, ਪਰ ਉਹ ਪੈਸਾ ਕਿਹਦੇ ਲਈ ਕਮਾਉਣਾ ਹੈ ਇਹ ਹਲੇ ਤੱਕ ਨਹੀਂ ਸਮਝ ਆਈ। ਕਿਉਂਕਿ ਬਹੁਤ ਸਾਰੇ ਕੇਸ ਮੇਰੇ ਕੋਲ ਇੱਕ ਦੋ ਆਏ ਵੀ ਹੈ ਜਿਹਦੇ ਚ ਉਹਨਾਂ ਨੇ, ਮੈਂ ਪੁੱਛਿਆ, ਉਹ ਕੁੜੀ ਕਹਿੰਦੀ ਮੈਂ ਤਾਂ ਬੈਂਕ ਨੌਕਰੀ ਕਰਨੀ, ਪਰ ਮੈਂ ਕਿਹਾ ਕਿਹਦੇ ਲਈ? ਕਹਿੰਦੀ ਘਰ ਲਈ। ਮੈਂ ਕਿਹਾ ਕਿਹੜੇ ਲਈ? ਜਿਹੜਾ ਘਰ ਉਜੜ ਰਿਹਾ ਉਸ ਘਰ ਲਈ ਤੂੰ ਪੈਸੇ ਕਮਾਉਣੇ। ਸੋ ਮੇਰਾ ਕਹਿਣ ਦਾ ਭਾਵ ਗੱਲ ਪੈਸੇ ਦੀ ਅਹਿਮੀਅਤ ਨਹੀਂ, ਅਹਿਮੀਅਤ ਰਿਸ਼ਤਿਆਂ ਦੀ ਹੈ। ਜੀ ਬਿਲਕੁਲ। ਪੈਸੇ ਦੀ ਲੋੜ ਜ਼ਰੂਰ ਹੈ ਕਿ ਉਸ ਨੂੰ ਨਿਭਾਉਣ ਦੇ ਲਈ, ਜੀ ਔਰ ਆਨੰਦ ਜਿਹੜਾ ਜੀਵਨ ਦਾ ਆਨੰਦ ਬਹੁਤ ਵੱਡੇ ਮਹਿਲ 'ਚ ਨਹੀਂ, ਬਹੁਤ ਵੱਡੇ ਕਿਤੇ ਖਾਇਸ਼ਾਂ ਨਾਲ ਹੋਟਲਾਂ 'ਚ ਜਾਂ ਬਾਹਰ ਆਊਟਿੰਗ ਤੇ ਨਹੀਂ। ਆਨੰਦ ਜਿਹੜਾ ਇੱਕ ਦੂਸਰੇ ਨੂੰ ਸਮਝਣ ਤੇ, ਕੀ ਬਾਤ ਹੈ। ਔਰ ਜਦੋਂ ਤੁਸੀਂ ਸਮਝ ਲਓਗੇ ਤੇ ਜੀਵਨ ਦਾ ਬਹੁਤ ਅੱਛੇ। ਤੇ ਜਾਂਦੇ ਜਾਂਦੇ ਸਾਡੇ ਕੋਲ ਬਹੁਤ ਹੀ ਘੱਟ ਸਮਾਂ ਹੈ, ਤੇ ਤੁਹਾਡੇ ਕੋਲੋਂ ਇੱਕ ਸ਼ਬਦ ਦੇ ਵਿੱਚ ਸਵਾਲ ਅਸੀਂ ਕਰਾਂਗੇ ਕਿ ਅੱਜ 27 ਸਾਲ ਹੋ ਗਏ ਇੱਕ ਤੁਸੀਂ ਹੋ, ਤੇ ਕੀ ਵਿਆਹ ਚੰਗੀ ਜਿਹੜੀ ਸਾਡੀ ਸ਼ਾਦੀशुदा ਜ਼ਿੰਦਗੀ ਹੈ ਉਹਦੇ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ ਆਪਸੀ ਰਿਸ਼ਤੇ ਵਿੱਚ? ਵੈਸੇ ਇੱਕ ਦੂਜੇ ਨੂੰ ਸਮਝਣ ਦੀ ਜ਼ਰੂਰਤ ਆ ਜੀ। ਹਾਂ, ਇੱਕ ਦੂਜੇ ਜਿੱਦਾਂ ਕਹਿੰਦੇ ਹੁੰਦੇ ਉਹ ਇੱਕ ਦੂਜੇ ਨੂੰ ਸਮਝ ਲਓ, ਮੀਆਂ ਬੀਬੀ ਗੁੱਸਾ ਕੀ ਹੈ ਜੀ, ਮਤਲਬ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਹੈ। ਤੇ ਅਸੀਂ ਬਹੁਤ ਫਖਰ ਮਹਿਸੂਸ ਕਰ ਰਹੇ ਹਾਂ ਕਿ ਇੱਕ ਬਹੁਤ ਹੀ ਖੂਬਸੂਰਤ ਜੋੜੀ ਨਾਲ ਅੱਜ ਗੱਲਬਾਤ ਕੀਤੀ ਤੇ ਸਾਨੂੰ ਵੀ ਬਹੁਤ ਆਨੰਦ ਆਇਆ, ਤੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਜਾਂਦੇ ਜਾਂਦੇ ਕਵਾਂਗੇ ਵੀ ਬਹੁਤ ਸੋਹਣਾ ਆਪਣਾ ਜੀਵਨ ਬਤੀਤ ਕਰੋ। ਇਹ ਜੋੜੀਆਂ ਹਮੇਸ਼ਾ ਸਾਰਿਆਂ ਦੀਆਂ ਬਣੀਆਂ ਰਹਿਣ। ਸ਼ੁਕਰੀਆ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।